साध जना की अचरज कथा। वाहिगुरु जी का खालसा वाहिगुरु जी की फतेह। गुरु प्यारी साध संगत जीओ, आओ अज जपजी साहिब की पावन पवित्र बाणी की तीसरी पौड़ी की विचार ਆਪਾਂ ਸਾਂਝੀ करनी है। तीसरी पौड़ी शुरू हो रही है जी। गावे को ताण होवे किसै ताण, गावे को दातन निशान, गावे को गुण वडियाई आचार, गावे को विद्या विकम विचार, गावे को साध करे तन खेहे, गावे को जी लै फिर देहे, गावे को जपै दिसै दूर, गावे को विखै हद रह दूर, कथना कथी न आवे टोट, कथ कथ कथी कोटि कोट कोट, देंदा दे लैंदे थक पाहे, जुगा जुगंतर खाही खाहे, हुक्मी हुक्म चलाए राह, नानक विगसै वे परवाह। ਇਹ ਪਾਵਨ ਬਾਣੀ ਜਪਜੀ ਸਾਹਿਬ ਦੀ ਤੀਸਰੀ ਪੌੜੀ ਹੈ ਤੇ ਇਹਦੇ ਅੰਦਰ ਗੁਰੂ ਸਾਹਿਬ ਪਰਮੇਸ਼ਰ ਨੂੰ ਗਾਇਨ ਕਰਨ ਵਾਲਿਆਂ ਦਾ ਜ਼ਿਕਰ ਕਰ ਰਹੇ ਨੇ ਕਿ ਪ੍ਰਭੂ ਨੂੰ ਗਾਉਂਦਾ ਕੌਣ ਹੈ ਤੇ ਕਿਉਂ ਗਾਉਂਦਾ। ਰੱਬ ਨੂੰ ਗਾਉਣ ਦੇ ਕੁਝ ਕਾਰਨ ਹੁੰਦੇ ਨੇ। ਅਸਲ 'ਚ ਜਦੋਂ ਕੋਈ ਵਡਿਆਈ ਕਰਦਾ ਨਾ, ਇੱਕ ਹੁੰਦਾ ਵਡਿਆਈ ਕਰਨ ਵਾਲਾ, ਇੱਕ ਹੁੰਦਾ ਜਿਹਦੀ ਵਡਿਆਈ ਕੀਤੀ ਜਾਂਦੀ ਹੈ। ਗੁਣ ਗਾਇਨ ਕਰਨ ਵਾਲਾ ਛੋਟਾ ਹੁੰਦਾ ਹੈ, ਜਿਹਦੇ ਗੁਣ ਗਾਇਨ ਕੀਤੇ ਜਾਂਦੇ ਨੇ ਉਹ ਵੱਡਾ ਹੁੰਦਾ ਹੈ। ਇਸ ਲਈ ਇਹ ਜਿਹੜਾ ਜੀਵ ਹੈ, ਆਪਾਂ ਜਿੰਨੇ ਜੀਵ ਆ, ਇਨਸਾਨ ਆ, ਮਨੁੱਖ ਆ, ਅਸੀਂ ਪਰਮੇਸ਼ਰ ਦੇ ਗੁਣ ਗਾਉਂਦੇ ਆ, ਗਾਉਣੇ ਚਾਹੀਦੇ ਨੇ। ਕਿਉਂ? ਕਿਉਂਕਿ ਪਰਮੇਸ਼ਰ ਵੱਡਾ ਹੈ, ਜੀਵ ਛੋਟਾ ਹੈ। ਸਭ ਤੋਂ ਪਹਿਲਾਂ ਤੈਨੂੰ ਅਹਿਸਾਸ ਕਰਿਆ ਵੀ ਤੂੰ ਉਹਦੇ ਤੋਂ ਕਦੀ ਵੱਡਾ ਨਹੀਂ ਹੋ ਸਕਦਾ, ਨਾ ਵੱਡਾ ਬਣਨਾ, ਨਾ ਵੱਡੇ ਹੋਣਾ। ਉਹ ਸਾਨੂੰ ਨਾਮ ਦੀ, ਆਪਣੀ ਬਖਸ਼ਿਸ਼ ਦੀ ਵਡਿਆਈ ਦੇ ਦੇ, ਉਹ ਇੱਕ ਵੱਖਰੀ ਗੱਲ ਹੈ। ਪਰ ਕਹਿੰਦੇ ਧਿਆਨ ਵਿੱਚ ਰੱਖੀ, ਜਦੋਂ ਵੀ ਤੂੰ ਉਹਦੇ ਗੁਣ ਗਾਉਣਾ, ਗੁਣ ਗਾਇਨ ਕਰਨ ਵਾਲਾ ਹਮੇਸ਼ਾ ਛੋਟਾ ਹੁੰਦਾ, ਉਹ ਆਪਣੇ ਵੱਡੇ ਦੀ ਸਿਫਤ ਸਲਾਹ ਕਰਦਾ ਹੁੰਦਾ। ਹੁਣ ਇਹਦੇ ਵਿੱਚ ਜਿਹੜੇ ਜੀਵ ਨੇ, ਕਹਿੰਦੇ ਪ੍ਰਭੂ ਨੂੰ ਗਾ ਰਹੇ ਨੇ। ਕਿਉਂ ਗਾ ਰਹੇ ਨੇ? ਗਾਵੇ ਕੋ ਤਾਣ, ਕੋਈ ਤੈਨੂੰ ਗਾ ਰਿਹਾ ਕਿ ਤੇਰੇ ਵਿੱਚ ਤਾਕਤ ਬਹੁਤ ਹੈ, ਤੂੰ ਅਥਾਹ ਤਾਕਤ ਦਾ ਮਾਲਕ ਹੈ, ਸਮਰੱਥ ਹੈ, ਸ਼ਕਤੀਵਾਨ ਹੈ, ਸਰਬ ਕਾ ਸਮਰੱਥ ਹੈ। ਕਿਉਂਕਿ ਜਿੰਨੇ ਵੀ ਜੀਵ ਨੇ ਸਾਰੇ ਤੈਨੂੰ ਧਿਆਉਂਦੇ ਨੇ। ਜੋ ਰਚਿਓ ਸੋ ਤਿਸੈ ਧਿਆਤ, ਜਿਹੜੀ ਵੀ ਉਹਨੇ ਰਚਨਾ ਕੀਤੀ ਹੈ, ਹਰ ਰਚਨਾ ਹੀ ਉਹਨੂੰ ਧਿਆ ਰਹੀ ਹੈ। ਹੁਣ ਹਰ ਬੰਦਾ ਉਹ ਪਹਿਲਾਂ ਇਹ ਦੇਖਦਾ ਵੀ ਰੱਬ ਦੀ, ਸੱਚ ਦੀ ਤਾਕਤ ਕੀ ਹੈ। ਜਦੋਂ ਉਹਦੀ ਇੱਕ ਨੇ ਅਨੇਕਾਂ ਤਾਕਤਾਂ ਨੂੰ ਵੇਖਦਾ, ਉਸ ਸ਼ਕਤੀਸ਼ਾਲੀ ਨੂੰ ਵੇਖਦਾ, ਉਹਦੇ ਤੋਂ ਸ਼ਕਤੀਆਂ ਫਿਰ ਪ੍ਰਾਪਤ ਵੀ ਹੁੰਦੀਆਂ ਨੇ। ਉਹਨੂੰ ਫਿਰ ਇਹ ਮੰਨ ਲੈਂਦੇ ਨੇ ਵੀ ਸਾਰਿਆਂ ਤੋਂ ਸ਼ਕਤੀਮਾਨ ਤਾਂ ਕੇਵਲ ਪਰਮੇਸ਼ਰ ਹੀ ਹੈ। ਇਸ ਕਰਕੇ ਉਹਦੇ ਗੁਣ ਗਾਉਂਦੇ ਵੀ ਜਿਹੜੀ ਸਾਡੀ ਸ਼ਕਤੀ ਹੈ, ਸਾਡੀ ਤਾਕਤ ਹੈ, ਉਹਦੇ ਅੱਗੇ ਤੁੱਛ ਹੈ। ਸਾਡੀ ਸ਼ਕਤੀ ਤਾਕਤ ਬੇਸ਼ੱਕ ਇਨਸਾਨ 'ਚ ਵੀ ਬਹੁਤ ਹੈ, ਬਹੁਤ ਹੋਣ ਦੇ ਬਾਵਜੂਦ ਵੀ ਸਾਡੀ ਸ਼ਕਤੀ ਤਾਕਤ ਤੁੱਛ ਹੈ। ਇਸ ਲਈ ਉਹਨੂੰ ਗਾਉਂਦੇ ਨੇ। ਹੋਵੇ ਕਿਸੇ ਤਾਣ, ਹੁਣ ਕਹਿੰਦੇ ਇਸ ਲਈ ਵੀ ਗਾਇਆ ਜਾਂਦਾ ਵੀ ਉਹਦਾ ਜਿਹੜਾ ਤਾਣ ਹੈ ਸਾਡੇ ਵਿੱਚ ਹੋ ਜਾਏ। ਇੱਕ ਤਾਂ ਇਹਦਾ ਅਰਥ ਇਹ ਹੈ। ਇੱਕ ਹੈਗਾ ਵੀ ਜੇ ਕਿਸੇ ਵਿੱਚ ਤਾਕਤ ਹੋਵੇ, ਕਿਸੇ 'ਚ ਸ਼ਕਤੀ ਹੋਵੇ ਤੇ ਉਹ ਗਾਏ। ਭਾਵ ਹੈ ਵੀ ਜਿਹਦੇ ਵਿੱਚ ਸਮਰੱਥਾ ਹੋਏਗੀ, ਸਮੱਤ ਹੋਏਗੀ, ਜਿਹਨੂੰ ਅਕਲ ਮਤ ਬੁੱਧ ਹੋਏਗੀ, ਹੋਵੇ ਕਿਸੇ ਤਾਣ, ਜਿਹਦੇ ਵਿੱਚ ਇਹ ਗਿਆਨ ਦੀ ਤਾਕਤ ਸ਼ਕਤੀ ਹੋਏਗੀ, ਉਹੀ ਗਾਏਗਾ ਨਾ, ਦੂਜਾ ਤੇ ਗਾ ਵੀ ਨਹੀਂ ਸਕਦਾ। ਹੁਣ ਸੰਸਾਰ ਵਿੱਚ ਦੇਖਿਆ ਜਾਏ, ਬਹੁਤ ਲੋਕ ਐਸੇ ਨੇ ਜਿਨ੍ਹਾਂ ਕੋਲ ਅਕਲ ਮਤ ਬੁੱਧ ਗਿਆਨ ਤਾਕਤ ਸ਼ਕਤੀ ਨਹੀਂ ਹੈ। ਕਿਉਂਕਿ ਗਿਆਨ ਵੀ ਆਪਣੇ ਆਪ 'ਚ ਤਾਕਤ ਹੈ, ਅਕਲ ਵੀ ਸਾਡੀ ਬੜੀ ਵੱਡੀ ਸ਼ਕਤੀ ਹੈ, ਕਈਆਂ ਵਿੱਚ ਨਹੀਂ ਹੁੰਦੀ। ਉਹ ਕਹਿੰਦੇ ਜੇ ਕਿਸੇ ਵਿੱਚ ਇਹ ਸਮਰੱਥਾ ਹੋਵੇ ਤਾਂ ਹੀ ਤੈਨੂੰ ਗਾ ਸਕਦਾ, ਵਰਨਾ ਗਾ ਵੀ ਨਹੀਂ ਸਕਦਾ। ਉਹਦੇ ਤੋਂ ਸ਼ਕਤੀ ਲੈਣ ਵਾਸਤੇ ਵੀ ਤੈਨੂੰ ਗਾਇਆ ਜਾਂਦਾ ਹੈ। ਇਹ ਗਾਇਨ ਕਰਨ ਦੇ ਅਲੱਗ-ਅਲੱਗ ਸਾਧਨ ਤੇ ਤਰੀਕੇ ਹਨ, ਕਾਰਨ ਹਨ। ਗਾਵੇ ਕੋ ਦਾਤ ਜਾਣੈ ਨਿਸ਼ਾਨ, ਕੁਝ ਲੋਕ ਤੈਨੂੰ ਇਸ ਲਈ ਗਾਉਂਦੇ ਨੇ, ਤੇਰੀ ਦਾਤ ਨੂੰ ਨਿਸ਼ਾਨੀ ਮੰਨਦੇ ਨੇ ਵੀ ਜਿਹੜੀ ਤੂੰ ਦਾਤ ਦਿੱਤੀ ਹੈ ਤੇਰੀ ਨਿਸ਼ਾਨੀ ਹੈ। ਪ੍ਰਭੂ ਭਾਵ ਕੀ ਹੈ ਵੀ ਉਹ ਲੋਕ ਦਾਤਾਂ ਲੈਣ ਤੋਂ ਬਾਅਦ ਸ਼ੁਕਰਗੁਜ਼ਾਰ ਹਨ।
ਉਹ ਅਕਿਰਤਕਣ ਲੋਕ ਨਹੀਂ ਹਨ। ਉਹਨਾਂ ਨੂੰ ਪਤਾ ਵੀ ਦਾਤਾ ਹੈ, ਦਾਤੇ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਤੇ ਦਾਤਾ ਜਦੋਂ ਦਾਤਾ ਦਿੰਦਾ ਤੇ ਦਾਤੇ ਦਾ ਧੰਨਵਾਦ ਕਰਨਾ ਚਾਹੀਦਾ, ਉਹਦਾ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਉਹਦੀਆਂ ਦਾਤਾਂ ਨੂੰ, ਪ੍ਰਭੂ ਦੀਆਂ ਦਾਤਾਂ ਨੂੰ ਪ੍ਰਾਪਤ ਕਰਦਾ ਹੈ, ਪਰ ਉਹ ਨਾ ਸ਼ੁਕਰਾ ਨਹੀਂ ਹੁੰਦਾ ਹੈ। ਉਹ ਦਾਤ ਦੇ ਧੰਨਵਾਦ ਕਰਦਾ, ਸ਼ੁਕਰ ਕਰਦਾ ਤੇ ਉਹਦੇ ਗੁਣ ਕਰਦਾ। ਭਾਵ ਉਹ ਦਾਤੇ ਨੂੰ ਗਾ ਰਿਹਾ, ਉਹ ਦਾਤਾਂ ਨੂੰ ਨਹੀਂ ਗਾ ਰਿਹਾ। ਇਹ ਵੀ ਧਿਆਨ ਵਿੱਚ ਰੱਖੋ। ਆਮ ਤੌਰ ਤੇ ਜਿਹੜਾ ਮਨੁੱਖ ਦਾਤਾਂ ਦੀ ਵਡਿਆਈ ਕਰਦਾ, ਵਸਤੂਆਂ ਦੀ, ਚੀਜ਼ਾਂ ਦੀ ਵਡਿਆਈ ਕਰਦਾ, ਆਪਣੀਆਂ ਵਸਤੂਆਂ ਤੇ ਮਾਣ ਕਰਦਾ, ਪਦਾਰਥਾਂ ਤੇ ਮਾਣ ਕਰਦਾ, ਧਨ ਦੌਲਤ ਤੇ ਜ਼ਮੀਨ ਜਾਇਦਾਦ ਤੇ ਮਾਣ ਹੁੰਦਾ ਬੰਦੇ ਨੂੰ, ਆਪਣੀ ਤਾਕਤ ਤੇ ਮਾਣ ਹੁੰਦਾ ਹੈ, ਤੇ ਇਹ ਸਾਰਾ ਕੁਝ ਉਹਦੀ ਦਾਤ ਹੈ। ਤੇ ਗੁਰੂ ਸਾਹਿਬ ਕਹਿੰਦੇ ਵੀ ਨਹੀਂ, ਇੱਕ ਉਹ ਨੇ ਜਿਹੜੇ ਦਾਤ ਨੂੰ ਨਿਸ਼ਾਨੀ ਮੰਨ ਕੇ ਵੀ ਨਹੀਂ, ਇਹ ਸਾਡੀ ਨੇ, ਪ੍ਰਭੂ ਦੀ ਨਿਸ਼ਾਨੀ ਹੈ, ਭਾਵ ਉਹਦੀ ਗਿਫਟ ਹੈ, ਉਹਦੀ ਦਾਤ ਹੈ, ਇਸ ਲਈ ਉਹਨੂੰ ਗਾ ਰਹੇ ਨੇ। ਉਹ ਦਾਤ ਪਿਆਰੀ ਵਿਸਰਿਆ ਦਾ ਤਾਰਾ ਵਾਲੇ ਨਹੀਂ ਹਨ, ਉਹ ਹਮੇਸ਼ਾ ਸ਼ੁਕਰਾਨੇ ਵਿੱਚ ਜੁੜੇ ਹੋਏ ਨੇ। ਹੁਣ ਅੱਗੇ ਪਾਠ ਹੈ ਜੀ, ਗਾਵੇ ਕੋ ਗੁਣ ਵਡਿਆਈ ਆਚਾਰ। ਹੁਣ ਇਹ ਪੰਕਤੀ ਨੂੰ ਆਮ ਤੌਰ ਤੇ ਜਿਹੜੇ ਸਾਡੇ ਟੀਕਾਕਾਰਾਂ ਨੇ ਇੱਥੇ ਸੰਧੀ ਛੇਦ ਕੀਤਾ, ਉਹ ਕੀਤਾ ਵਡਿਆਈਆਂ ਚਾਰ। ਚਾਰ ਦਾ ਅਰਥ ਕਰਦੇ ਨੇ ਸੁੰਦਰ, ਪਰ ਇਹਨੂੰ ਥੋੜਾ ਜਿਹਾ ਇਸ ਪੱਖ ਨੂੰ ਦੇਖੀਏ ਜੇ ਵਿਚਾਰ ਕੇ, ਵਡਿਆਈਆਂ ਦਾ ਆੜਾ ਅਸੀਂ ਚਾਰ ਨਾਲ ਲਾਈਏ ਤੇ ਇਹ ਆਪਣੇ ਆਪ ਚ ਵੀ, ਇਹ ਵੀ ਇੱਕ ਦੋ ਸ਼ਬਦ ਸਾਨੂੰ ਨਵੇਂ ਮਿਲ ਜਾਂਦੇ ਨੇ, ਉਹਦੀ ਵਡਿਆਈ ਤੇ ਉਹਦਾ ਆਚਾਰ। ਆਚਾਰ ਦਾ ਅਰਥ ਹੁੰਦਾ ਆਚਰਣ, ਆਚਰਣ ਦਾ ਅਰਥ ਕਰਾਂਗੇ ਉਹਦੀ ਕਿਰਪਾ, ਉਹਦੀ ਕਲਾ, ਉਹਦੀ ਸ਼ਕਤੀ, ਭਾਵ ਜੋ ਉਹਨੇ ਇੱਕ ਸਿਸਟਮ ਬਣਾਇਆ ਹੋਇਆ, ਜੋ ਉਹਨੇ ਕੁਦਰਤ ਨੂੰ ਚਲਾਉਣ ਦਾ ਜੋ ਇੱਕ ਵਿਧੀ ਵਿਧਾਨ ਬਣਾਇਆ ਹੋਇਆ, ਇਹ ਬੜੀ ਵੱਡੀ ਉਹਦੀ ਵਡਿਆਈ ਹੈ ਤੇ ਇਹ ਉਹਦਾ ਗੁਣ ਹੈ। ਅਸਲ 'ਚ ਜਦੋਂ ਕਿਸੇ ਦੀ ਵਡਿਆਈ ਹੁੰਦੀ ਹੈ ਨਾ, ਕਿਸੇ ਗੁਣ ਕਰਕੇ ਹੁੰਦੀ ਹੈ। ਉਹ ਗੁਣ ਕੀ ਕਹਿੰਦੇ, ਉਹ ਆਚਾਰ ਹੈ। ਉਹਨੇ ਇੰਨੇ ਸੋਹਣੇ ਤਰੀਕੇ ਨਾਲ ਸੰਸਾਰ ਨੂੰ ਪਹਿਲਾਂ ਪੈਦਾ ਕੀਤਾ, ਬਣਾਇਆ, ਕੱਲੀ ਕੱਲੀ ਚੀਜ਼ ਦੀ ਘਾੜਤ ਕੜੀ, ਉਹਦੀ ਇੱਕ ਇੱਕ ਜ਼ਿੰਮੇਵਾਰੀ ਡਿਊਟੀ ਲਗਾਈ, ਸੂਰਜ ਦੀ ਡਿਊਟੀ ਲਗਾਈ, ਤਾਰਿਆਂ ਦੀ ਲਗਾਈ, ਚੰਦਰਮਾ ਦੀ ਡਿਊਟੀ ਹੈ, ਧਰਤੀ ਆਪਣਾ ਫਰਜ਼ ਨਿਭਾ ਰਹੀ ਹੈ, ਸੂਰਜ ਸਮੁੰਦਰ ਆਪਣਾ ਫਰਜ਼ ਨਿਭਾ ਰਿਹਾ, ਨੇਚਰ ਕੁਦਰਤ ਫਲ ਬੂਟੇ ਆਪਣਾ ਫਰਜ਼ ਨਿਭਾ ਰਹੇ ਨੇ। ਇਹ ਉਹਦਾ ਆਚਾਰ ਹੈ, ਇਹ ਸਾਰੇ ਉਹਦੇ ਆਚਾਰ ਵਿੱਚ ਆ ਜਾਂਦੇ ਤੇ ਸਾਰਾ ਕੁਝ ਮਨੁੱਖਤਾ ਦੇ ਭਲੇ ਵਾਸਤੇ ਸੀ, ਸੋਹਣਾ ਜੀਵਨ ਜੀਣ ਵਾਸਤੇ ਸੀ। ਇਹ ਐਡਾ ਵੱਡਾ ਗੁਣ ਹੈ ਵੀ ਬੰਦੇ ਦੀ ਵਡਿਆਈ ਕਰਦਾ। ਮੈਂ ਫੇਰ ਬੇਨਤੀ ਕਰ ਰਿਹਾ, ਟੀਕਿਆਂ ਵਿੱਚ ਅਰਥ ਹੈ ਨੇ ਵਡਿਆਈਆਂ ਚਾਰ, ਉਹਦੀਆਂ ਸੁੰਦਰ ਵਡਿਆਈਆਂ ਨੂੰ ਦੇਖ ਕੇ। ਪਰ ਇਹ ਮੈਨੂੰ ਜ਼ਿਆਦਾ ਢੁਕਵਾਂ ਲੱਗਿਆ ਤੇ ਇਹ ਅਰਥ ਬੜੇ ਸੋਹਣੇ ਲੱਗਦੇ ਵੀ ਹਨ। ਗਾਵੇ ਕੋ ਗੁਣ ਵਡਿਆਈ ਆਚਾਰ, ਉਹਦੇ ਗੁਣਾਂ ਨੂੰ, ਉਹਦੇ ਆਚਾਰ ਨੂੰ ਦੇਖ ਕੇ ਉਹਦੀ ਵਡਿਆਈ ਕਰਦਾ, ਜਾਂ ਉਹਦੀਆਂ ਵਡਿਆਈ ਨੂੰ ਵੇਖ ਕੇ ਵੀ, ਉਹਦੇ ਗੁਣਾਂ ਨੂੰ ਵੇਖ ਕੇ ਵੀ ਉਹਨੂੰ ਗਾਉਂਦਾ ਹੈ। ਅਸਲ 'ਚ ਦੇਖੋ, ਜਦੋਂ ਕੁਝ ਘਟਨਾਵਾਂ ਘਟਦੀਆਂ ਨੇ ਨਾ ਸੰਸਾਰ ਵਿੱਚ, ਜਾਂ ਅਸੀਂ ਕੁਝ ਐਸਾ ਵੇਖਦੇ ਹਾਂ ਜਿਹੜਾ ਸਾਨੂੰ ਵਿਸਮਾਦ ਕਰ ਦਿੰਦਾ ਹੈ, ਜਿਵੇਂ ਅਸੀਂ ਆਸਾ ਕੀ ਵਾਰ 'ਚ ਵਿਚਾਰਿਆ ਸੀ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਉਹ ਹੁਣ ਵਿਸਮਾਦ ਕਦੋਂ ਪੈਦਾ ਹੁੰਦਾ ਹੈ? ਵਿਸਮਾਦ ਉਦੋਂ ਪੈਦਾ ਹੁੰਦਾ ਜਦੋਂ ਅਸੀਂ ਉਹਦਾ ਆਚਾਰ ਵੇਖਦੇ ਹਾਂ, ਉਹਦੀ ਕਲਾ ਵੇਖਦੇ ਹਾਂ। ਉਹ ਬੰਦੇ ਦੇ ਮਨ ਦੇ ਵਿੱਚ ਫਿਰ ਵਡਿਆਈ ਪੈਦਾ ਹੁੰਦੀ ਹੈ। ਇਹ ਵਡਿਆਈ ਸਾਨੂੰ ਉਸ ਗੁਣੀ ਨਿਧਾਨ ਨਾਲ ਜੋੜਦੀ ਹੈ। ਉਦੋਂ ਸਾਡੇ ਮੁਖ ਚੋਂ ਆਵਾਜ਼ ਨਿਕਲਦੀ ਹੈ, ਵਾਹ, ਸੁਭਾਨ ਅੱਲਾਹ, ਮੁਸਲਮਾਨਾਂ ਦੇ ਵਿੱਚ ਕਿਹਾ ਜਾਂਦਾ ਹੈ। ਤਾਂ ਇਹ ਵੀ ਉਹਨੂੰ ਗਾਇਨ ਕਰਨ ਦਾ ਇੱਕ ਕਾਰਨ ਬਣ ਜਾਂਦਾ ਹੈ। ਉਹਦੀ ਹਰ ਵਡਿਆਈ, ਉਹਦਾ ਹਰ ਆਚਾਰ, ਉਹਦਾ ਹਰ ਗੁਣ, ਇਹ ਵੀ ਉਸ ਪ੍ਰਭੂ ਦੇ ਗੁਣ ਗਾਇਨ ਕਰਨ ਦਾ ਕਾਰਨ ਮੰਨਿਆ ਜਾਂਦਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਹੁਣ ਕੁਝ ਇਸ ਲਈ ਗਾ ਰਹੇ ਨੇ, ਉਹਨਾਂ ਨੇ ਵੇਖਿਆ ਵੀ ਪਰਮੇਸ਼ਰ ਨੇ ਬੜੇ ਤਰ੍ਹਾਂ ਦੀ ਵਿਦਿਆ, ਵਿਦਿਆ ਦਾ ਅਰਥ ਹੁੰਦਾ ਬੜੇ ਤਰ੍ਹਾਂ ਦਾ ਗਿਆਨ, ਬੜੇ ਤਰ੍ਹਾਂ ਦਾ ਗਿਆਨ, ਬੜੇ ਤਰ੍ਹਾਂ ਦੀ ਵਿਦਿਆ, ਔਖੀ ਤੋਂ ਔਖੀ ਵੀ ਇਸ ਸੰਸਾਰ ਵਿੱਚ ਰੱਖੀ ਹੋਈ ਹੈ। ਇੱਕ ਤਾਂ ਹੋ ਗਈ ਵਿਦਿਆ ਵਿੱਚ, ਜਿਵੇਂ ਅੱਖਰੀ ਵਿਦਿਆ ਹੁੰਦੀ ਹੈ, ਅੱਖਰੀ ਗਿਆਨ ਹੁੰਦਾ ਹੈ, ਸਕੂਲੀ ਪੜ੍ਹਾਈ ਹੈ ਸਾਡੀ, ਫਿਰ ਕਾਲਜ ਆ ਗਿਆ, ਫਿਰ ਯੂਨੀਵਰਸਿਟੀ ਆ ਜਾਂਦੀ ਹੈ, ਇਹ ਵੀ ਟਫ ਹੁੰਦੀ ਹੈ, ਫਿਰ ਅੱਗੇ ਅਲੱਗ ਤੋਂ ਕੋਰਸ ਨੇ। ਇਹ ਤੋਂ ਇਲਾਵਾ ਹੁਣ ਸੰਸਾਰ ਵਿੱਚ ਤੁਸੀਂ ਦੇਖੋ, ਹਰ ਕਰਮ ਵਿਦਿਆ ਨਾਲ ਜੁੜਿਆ ਹੋਇਆ, ਕੋਈ ਵੀ ਕਰਮ ਹੈ ਸਾਡਾ ਗਿਆਨ ਨਾਲ ਜੁੜਿਆ। ਭਾਵੇਂ ਕੋਈ ਬੰਦਾ ਪੜ੍ਹ ਲਿਖ ਰਿਹਾ, ਉਹ ਵੀ ਵਿਦਿਆ ਹੈ, ਭਾਵੇਂ ਕੋਈ ਕਿਰਤ ਕਰ ਰਿਹਾ, ਉਹ ਵੀ ਵਿਦਿਆ ਹੈ, ਖੇਤੀ ਕਰਨ ਵਾਲਾ ਵੀ ਵਿਦਿਆ ਹੈ, ਜਹਾਜ਼ ਬਣਾਉਣ ਵਾਲੀ ਵੀ ਵਿਦਿਆ ਹੈ, ਜਹਾਜ਼ ਉਡਾਉਣ ਵਾਲੀ ਵੀ ਵਿਦਿਆ ਹੈ, ਜੱਜ ਕੋਲ ਵੀ ਵਿਦਿਆ ਹੈ, ਵਕੀਲ ਕੋਲ ਵਿਦਿਆ ਹੈ, ਡਾਕਟਰ ਕੋਲ ਵਿਦਿਆ ਹੈ, ਇੰਜੀਨੀਅਰ ਕੋਲ ਵਿਦਿਆ ਹੈ, ਚੋਰ ਕੋਲ ਵੀ ਵਿਦਿਆ ਹੈ, ਠੱਗਾਂ ਕੋਲ ਵੀ ਵਿਦਿਆ ਹੈ, ਸਾਧੂਆਂ ਕੋਲ ਵੀ ਵਿਦਿਆ ਹੈ,
ਰਾਜੇ ਕੋਲ ਵੀ ਵਿਦਿਆ ਹੈ, ਵਿਦਿਆ ਤੇ ਹਰ ਪਾਸੇ ਬੋਲ ਰਹੀ ਹੈ, ਪਰ ਵਿਖਮ ਵਿਦਿਆ ਕਿਹੜੀ ਹੁੰਦੀ ਹੈ? ਹੁਣ ਸਾਡੀ ਵਿਦਿਆ ਇੰਨੀ ਵਿਖਮ ਨਹੀਂ ਹੈ। ਜੇ ਵਿਖਮ ਹੁੰਦੀ ਤਾਂ ਲੋਕੀ ਵੱਡੇ ਡਾਕਟਰ, ਇੰਜੀਨੀਅਰ, ਪਾਇਲਟ ਵਗੈਰਾ ਨਾ ਬਣਦੇ, ਵੱਡੇ ਵੱਡੇ ਵਿਦਵਾਨ, ਸਾਇੰਟਿਸਟ ਨਾ ਹੁੰਦੇ। ਵਿਦਿਆ ਵਿਖਮ ਵਿਚਾਰ ਹੈ ਵੀ ਜਿਹੜੀ ਪਰਮੇਸ਼ਰ ਦੀ ਕਲਾ ਹੈ, ਉਹਨੇ ਸ੍ਰਿਸ਼ਟੀ ਦੀ ਰਚਨਾ ਰਚੀ ਹੈ, ਆਪਣੇ ਆਪ ਤੋਂ ਆਪਣਾ ਰੂਪ ਵਕਤ ਕਰਕੇ ਸ੍ਰਿਸ਼ਟੀ ਬਣਾਈ ਹੈ, ਸਾਜੀ ਹੈ, ਇਹਦੇ ਵਿੱਚ ਰਹਿ ਵੀ ਰਿਹਾ ਹੈ। ਸ੍ਰਿਸ਼ਟੀ ਖਤਮ ਹੋ ਜਾਂਦੀ ਹੈ, ਫੇਰ ਜਿਉਂਦਾ ਜਾਗਦਾ ਸਾਬਤ ਹੈ, ਉਹ ਨਹੀਂ ਟੁੱਟਦਾ ਕਦੇ, ਉਹ ਸਾਬਤ ਹੈ। ਪਰਮੇਸ਼ਰ ਦੀ ਵਿਦਿਆ ਨੂੰ ਵੇਖ ਕੇ, ਉਹਦੀ ਕਲਾ ਨੂੰ ਵੇਖ ਕੇ, ਕਿ ਕਿਵੇਂ ਉਹ ਸੰਸਾਰ ਬਣਾ ਰਿਹਾ, ਸੰਸਾਰ ਨੂੰ ਚਲਾ ਵੀ ਰਿਹਾ। ਫਿਰ ਇੱਕ ਨਹੀਂ, ਪਤਾ ਨਹੀਂ ਕਿੰਨੀਆਂ ਧਰਤੀ ਹੋਰ ਪਰੈ ਹੋਰ ਤਿਸਤੇ ਭਾਰਤ ਲੈ ਕਵਣ ਜੋਰ, ਕੋਟ ਬ੍ਰਹਿਮੰਡ ਕੋ ਠਾकुर स्वामी ਸਰਬ ਜੀਆਂ ਕਾ ਦਾਤਾ ਰੇ। ਬੜੀ ਵੱਡੀ ਵਿਦਿਆ ਹੈ। ਉਹ ਪਾਣੀ ਦੇ ਜੀਵ ਪੈਦਾ ਕੀਤੇ, ਉਹਨਾਂ ਨੂੰ ਵੀ ਰਿਜ਼ਕ ਦੇ ਰਿਹਾ ਹੈ, ਆਕਾਸ਼ ਵਾਲਿਆਂ ਨੂੰ ਦੇ ਰਿਹਾ, ਮਿੱਟੀ ਵਾਲਿਆਂ ਨੂੰ ਦੇ ਰਿਹਾ, ਮਨੁੱਖਾਂ ਨੂੰ ਦੇ ਰਿਹਾ। ਇਹ ਵਿਦਿਆ ਦੀ, ਪਰ ਵਿਦਿਆ ਸਾਡੀ ਜਿਉਂ ਜਿਉਂ ਅਸੀਂ ਸਮਝਦੇ ਹਾਂ ਵਿਖਮ ਹੁੰਦੀ ਜਾਂਦੀ ਹੈ। ਭਾਵ ਸਾਡੇ ਮਨ 'ਚ ਅਸਰਜਤਾ ਪੈਦਾ ਕਰਦੀ ਹੈ, ਸਾਨੂੰ ਵਿਸਮਾਦ ਵਿੱਚ ਲੈ ਜਾਂਦੀ ਹੈ। ਜਿਉਂ-ਜਿਉਂ ਤੁਸੀਂ ਇਸ ਪਰਮੇਸ਼ਰ ਦੀ ਵਿਦਿਆ ਨੂੰ ਵਿਚਾਰੋਗੇ, ਇਹ ਤੁਹਾਨੂੰ ਉਹਦੇ ਗੁਣ ਗਾਇਨ ਕਰਨ ਲਈ ਪ੍ਰੇਰਿਤ ਕਰੇਗੀ ਜਾਂ ਮਜਬੂਰ ਹੀ ਕਰ ਦੇਗੀ, ਤੁਹਾਨੂੰ ਵਾਹ ਕਹਿਣ ਤੇ ਮਜਬੂਰ ਕਰ ਦੇਗੀ। ਹੁਣ ਸ੍ਰਿਸ਼ਟੀ ਰਚਨਾ ਜੋ ਅਕਾਲ ਪੁਰਖ ਦੀ ਵਿਦਿਆ ਦੀ ਦਰਸ਼ਨ ਹੋ ਰਿਹਾ ਨਾ, ਇਸ ਕਾਇਨਾਤ 'ਚ ਵਿਦਿਆ ਦੀ ਦਰਸ਼ਨ ਹੋ ਰਿਹਾ। ਧਰਤੀ ਜਿਹੜੀ ਹੈ, ਸਾਡੀ ਧਰਤੀ ਹੈ, ਅਰਥ ਹੈ, ਇਹ ਇਸ ਹੁਣ ਆਕਾਸ਼ ਵਿੱਚ ਕਹਿ ਸਕਦੇ ਹਾਂ, ਆਕਾਸ਼ ਵਿੱਚ ਬਿਨਾਂ ਕਿਸੇ ਸਹਾਰੇ ਤੋਂ, ਪਿੱਲਰ ਤੋਂ ਆਕਾਸ਼ ਵਿੱਚ ਲਟਕ ਰਹੀ ਹੈ। ਹੁਣ ਨਾ ਇਹਦੇ ਥੱਲੇ ਕੋਈ ਸਪੋਰਟ ਹੈ, ਨਾ ਇਹਨੂੰ ਉੱਪਰੋਂ ਕੋਈ ਸੰਗਲ ਪਾਇਆ ਹੋਇਆ, ਬਸ ਚੱਲ ਰਹੀ, ਫਿਰ ਘੁੰਮ ਰਹੀ ਹੈ। ਘੁਮਾ ਕੌਣ ਰਿਹਾ ਇਹਨੂੰ? ਦਿਨ ਰਾਤ ਕਿਵੇਂ ਬਣ ਰਹੇ ਨੇ, ਰੁੱਤਾਂ ਬਦਲ ਰਹੀਆਂ, ਮੌਸਮ ਬਦਲ ਰਹੇ ਨੇ, ਸਮਾਂ ਬਦਲਦਾ ਹੈ। ਫਿਰ ਉਹ ਮਿੱਟੀ ਦੇ ਵਿੱਚ ਜਾਨ ਪਾ ਕੇ ਮਿੱਟੀ ਨੂੰ ਬੋਲਣ ਲਾ ਰਿਹਾ, ਮਨੁੱਖ ਦੇ ਸਰੀਰ ਦੀ ਘਾਟ ਕਰ, ਇਹ ਵੀ ਵਿਦਿਆ। ਹੁਣ ਉਹਦੀ ਇਹ ਵਿਖਮ ਵਿਦਿਆ, ਜਿਉਂ-ਜਿਉਂ ਤੁਸੀਂ ਇਹਨੂੰ ਦੇਖਦੇ ਜਾਓਗੇ, ਸਮਝਦੇ ਜਾਓਗੇ, ਵਿਦਿਆ ਪਰੇ ਤੋਂ ਪਰੇ ਚਲੀ ਜਾਂਦੀ ਹੈ, ਬੜੀ ਵਿਖਮ ਹੁੰਦੀ ਜਾਂਦੀ ਹੈ। ਫਿਰ ਅਸੀਂ ਦੇਖ ਲਾਂਗੇ ਅੱਗੇ ਵਿਦਿਆ ਦਾ ਰੂਪ ਆ ਜਾਏਗਾ ਨਿੱਕੇ ਨਿੱਕੇ ਜੀਵ ਜੰਤ, ਵੱਡੇ ਵੱਡੇ ਵਿਰਾਟ ਵੀ ਜੀਵ ਜੰਤ। ਸਮੁੰਦਰ ਹੁਣ ਪਾਣੀ ਹੈ, ਪਾਣੀ ਦੇ ਵਿੱਚੋਂ ਤੇਲ ਵੀ ਨਿਕਲ ਰਿਹਾ ਹੈ, ਸਮੁੰਦਰ ਵਿੱਚੋਂ ਹੀਰੇ ਮੋਤੀ ਨਿਕਲ ਹੀ ਜਾ ਰਹੇ ਨੇ, ਪਹਾੜਾਂ ਦੀਆਂ ਖਤਾਨਾਂ ਨੇ, ਕੋਲੇ ਚੋਂ ਹੀਰੇ ਨਿਕਲੀ ਜਾ ਰਹੇ ਨੇ, ਸੋਨਾ ਨਿਕਲੀ ਜਾ ਰਿਹਾ। ਉਹਨੇ ਕਿਹਨੇ ਪਾਇਆ, ਕਿਹਨੇ ਬਣਾਇਆ? ਫਿਰ ਕੁਦਰਤ ਤੇ ਆ ਜਾਓਗੇ ਤੁਸੀਂ। ਬੀਜ ਬੀਜਦੀਆਂ, ਇੱਕ ਉਹਨੂੰ ਇੱਕ ਆਕਾਰ ਮਿਲ ਜਾਂਦਾ, ਇੱਕ ਕਲਰ ਮਿਲ ਜਾਂਦਾ, ਇੱਕ ਫੁੱਲਾਂ ਦੇ ਵਿੱਚ ਖੁਸ਼ਬੂ ਪਾ ਦਿੰਦਾ, ਹਰੇਕ ਨੂੰ ਅਲੱਗ ਡਿਜ਼ਾਈਨ ਦੇ ਰਿਹਾ, ਅਲੱਗ ਕਲਰ ਦੇ ਰਿਹਾ, ਤੇ ਉਹਦੀ ਵਿਦਿਆ ਵਿਖਮ ਹੈ। ਇਹਦੀ ਵਿਚਾਰ ਜਦੋਂ ਕਰਦਾ, ਉਦੋਂ ਵੀ ਫਿਰ ਬੰਦਾ ਗਾਉਂਦਾ, ਉਦੋਂ ਵੀ ਉਹਦੇ ਗੁਣ ਗਾਉਂਦਾ, ਉਦੋਂ ਵੀ ਉਹਦੇ ਧੰਨਵਾਦ ਤੇ ਸ਼ੁਕਰ ਵਿੱਚ ਜੁੜਦਾ। ਤੇ ਇਹ ਉਹ ਵਿਦਿਆ ਵੀ ਜਿਹਦਾ ਅਸੀਂ ਅੰਤ ਹੀ ਨਹੀਂ ਪਾ ਸਕਦੇ ਹੈਗੇ। ਪਰਮੇਸ਼ਰ ਦੀ ਵਿਦਿਆ ਦਾ ਕੋਈ ਅੰਤ ਨਹੀਂ। ਦੇਖੋ, ਸਾਡੀ ਸੰਸਾਰੀ ਵਿਦਿਆ ਜਿਹੜੀ ਆ, ਅਸੀਂ ਜਦੋਂ ਬੱਚਾ ਛੋਟਾ ਹੁੰਦਾ ਨਾ, ਉਹਨੂੰ ਛੋਟੀ ਪੜ੍ਹਾਈ ਪੜ੍ਹਾਉਂਦੇ ਹਾਂ ਅਸੀਂ, ਉਹਨੂੰ ਵੱਡੀ ਪੜ੍ਹਾਈ ਬੜੀ ਔਖੀ ਲੱਗਦੀ ਹੈ। ਪ੍ਰਾਇਮਰੀ ਵਾਲੇ ਨੂੰ ਮਿਡਲ ਔਖਾ ਲੱਗਦਾ, ਮਿਡਲ ਵਾਲੇ ਨੂੰ ਹਾਇਰ ਸੈਕੰਡਰੀ ਔਖੀ, ਹਾਇਰ ਸੈਕੰਡਰੀ ਨੂੰ ਗ੍ਰੈਜੂਏਸ਼ਨ ਔਖੀ ਲੱਗਦੀ, ਗ੍ਰੈਜੂਏਸ਼ਨ ਨਾਲ ਸੋਚਦਾ ਬੱਲੇ ਬੱਲੇ PhD ਬੜੀ ਔਖੀ, ਇੱਕ ਦਿਨ ਉਹ ਵੀ ਕਰ ਜਾਂਦਾ। ਸੰਸਾਰ ਦੀ ਵਿਦਿਆ ਤਾਂ ਅਸੀਂ ਅੰਤ ਪਾ ਲਿਆ, ਅੱਜ ਅੱਗੇ ਪੜ੍ਹਨ ਨੂੰ ਬੱਚੇ ਹੀ ਨਹੀਂ ਸਾਡੇ ਕੋਲ ਕੁਛ। ਪਰ ਜਦੋਂ ਪਰਮੇਸ਼ਰ ਦੀ ਵਿਦਿਆ ਦੀ ਗੱਲ ਕਰਦੇ ਹਾਂ, ਅਸੀਂ ਉਹਦੀਆਂ ਖੋਜਾਂ 'ਚ ਲੱਗਦੇ ਹਾਂ। ਹੁਣ ਦੇਖੋ, ਸਰੀਰ ਹੈ ਸਾਡਾ, ਇਹਦੇ 'ਚ ਅੱਜ ਤੱਕ ਮੈਡੀਕਲ ਸਾਇੰਸ ਹੈ ਜਿਹੜੀ ਲੱਗੀ ਹੋਈ ਹੈ, ਰੋਜ਼ ਕੋਈ ਨਾ ਕੋਈ ਨਵੀਂ ਖੋਜ ਕਰ ਲੈਂਦੇ ਨੇ। ਅੱਜ ਸਾਨੂੰ ਆਹ ਲੱਭ ਗਿਆ ਜੀ, ਬੋਡੀ ਵਿੱਚ ਇਸ ਤਰ੍ਹਾਂ ਹੁੰਦਾ, ਸੈੱਲ ਸਾਡੇ ਇਸ ਤਰ੍ਹਾਂ ਹੁੰਦੇ ਨੇ। ਹੁਣ ਸਾਡੇ ਸਰੀਰ ਦੇ ਵਿੱਚ 100 ਟ੍ਰਿਲੀਅਨ 100 ਟ੍ਰਿਲੀਅਨ ਸੈੱਲ ਨੇ, ਤੇ 100 ਟ੍ਰਿਲੀਅਨ ਹੁਣ ਇੰਡੀਆ ਦੇ ਵਿੱਚ ਜਾਂ ਇੱਧਰ ਦੇ ਕਰੋੜਾਂ ਅਰਬਾਂ ਦੇ ਵਿੱਚ ਇਹ ਗਿਣਤੀ ਚਲੀ ਜਾਣੀ, ਕਿੰਨੀ ਹੁੰਦੀ ਹੈ ਤੁਹਾਡੇ 'ਚੋਂ ਕੋਈ ਦੱਸ ਸਕਦਾ? 100 ਟ੍ਰਿਲੀਅਨ, ਇੱਕ ਮਿਲੀਅਨ ਹੁੰਦਾ, ਫਿਰ ਬਿਲੀਅਨ ਹੁੰਦਾ, ਫਿਰ ਟ੍ਰਿਲੀਅਨ ਹੁੰਦਾ। ਯਾਰ ਇੱਕ ਨਹੀਂ, 10 ਨਹੀਂ, 100 ਟ੍ਰਿਲੀਅਨ ਸੈੱਲ ਨੇ ਸਾਡੀ ਬੋਡੀ 'ਚ, ਔਰ ਹਰ ਸੈੱਲ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ, ਹਰ ਸੈੱਲ ਦਾ ਆਪਣਾ ਇੱਕ ਵੱਖਰਾ ਕਰਮ ਹੈ। ਇਹ ਕੀ ਹੈ? ਇਹ ਵਿਦਿਆ ਹੀ ਹੈ ਉਹਦੀ। ਸਾਡੇ ਤਾਂ ਬਸ ਵਿੱਚ ਨਹੀਂ, ਅਸੀਂ ਇੰਨਾ ਕੁਝ ਬਣਾ ਸਕਦੇ। ਫਿਰ ਹਰ ਬੰਦੇ ਦਾ DNA ਵੱਖਰਾ ਹੁੰਦਾ, ਮਾਤ ਪਿਤਾ ਦੇ ਬਲੱਡ ਤੋਂ, ਸੰਜੋਗ ਤੋਂ ਇੱਕ ਨਵਾਂ ਸਰੀਰ ਪੈਦਾ ਕਰ ਦਿੰਦਾ। ਸਰੀਰ ਨਾਲ ਜੁੜ ਕੇ ਅਸੀਂ ਪਿੱਛੇ ਕਿੰਨੀਆਂ ਪੀੜ੍ਹੀਆਂ ਦਾ ਪਤਾ ਲਗਾ ਲੈਂਦੇ ਹਾਂ, ਰੋਗਾਂ ਦਾ ਪਤਾ ਲਗਾ ਲੈਂਦੇ ਹਾਂ। ਇੱਕ ਬੋਨ ਮੋਰੋ ਹੁੰਦੀ ਹੈ ਸਾਡੇ, ਬੋਨ ਮੋਰੋ ਹੁਣ ਅੱਜ ਕੱਲ੍ਹ ਇਹਨੂੰ ਲੋਕ ਹਸਪੀਟਲਾਂ ਦੇ ਵਿੱਚ ਸੰਭਾਲ ਲੈਂਦੇ ਨੇ। ਉਹ ਹੁੰਦੀ ਹੈ ਵੀ ਜੇ ਤੁਹਾਨੂੰ ਕਦੇ ਕੋਈ ਇਨ ਫਿਊਚਰ ਕਦੇ ਕੋਈ ਬਹੁਤ ਵੱਡੀ ਪ੍ਰੋਬਲਮ ਆ ਜਾਏ, ਉਹਦੇ ਵਿੱਚੋਂ ਉਹ ਕੋਈ ਬੋਡੀ ਦਾ ਇਸ ਤਰ੍ਹਾਂ ਤੱਤ ਹੁੰਦਾ ਜੋ ਸਾਨੂੰ ਦੁਬਾਰਾ, ਸਾਨੂੰ ਨਵੀਂ ਜ਼ਿੰਦਗੀ ਦੇ ਦਿੰਦਾ, ਜੋ ਸਾਡੇ ਰੋਗ ਨੂੰ ਠੀਕ ਕਰ ਦਿੰਦਾ। ਇਹ ਬੋਨ ਮੋਰੋ ਕਿਹਨੇ ਪਾਇਆ? ਸਾਨੂੰ ਤੇ ਹੁਣ ਲੱਭਿਆ।
ਉਹਨੇ ਤਾਂ ਜਦੋਂ ਪਹਿਲਾ ਮਨੁੱਖ ਬਣਾਇਆ ਉਦੋਂ ਹੀ ਬੋਨ ਮੋਰੋ ਦੀ ਤਾਕਤ ਪਾਤੀ, ਉਦੋਂ ਹੀ ਡੀਐਨਏ ਪਾਤਾ, ਉਦੋਂ ਹੀ 100 ਟ੍ਰਿਲੀਅਨ ਵਿੱਚ ਸੈੱਲ ਸੀਗੇ। ਸਾਨੂੰ ਤਾਂ ਹੁਣ ਲੱਭੇ ਨੇ ਨਾ ਕਰੋੜਾਂ ਸਾਲ ਬਾਅਦ, ਹਲੇ ਹੋਰ ਪਤਾ ਨਹੀਂ ਅੱਗੇ ਕੀ ਕੀ ਲੱਭੀ ਜਾਏਗਾ। ਸੋ ਵਿਦਿਆ ਵਿਖਮ ਵਿਚਾਰ ਆਪਣੇ ਆਪ ਦੇ ਵਿੱਚ ਬੜੀ ਵੱਡੀ ਅਸਰਜਤਾ ਹੈ, ਇਹਦਾ ਕੋਈ ਅੰਤ ਹੀ ਨਹੀਂ ਹੁੰਦਾ। ਸਾਇੰਸਦਾਨ ਹੋਏ ਨੇ, ਉਹ ਆਪਣੀ ਆਪਣੀ ਖੋਜ ਕਰਕੇ ਚਲੇ ਗਏ, ਉਹ ਤੋਂ ਅੱਗੇ ਵਾਲੇ ਫੇਰ ਆ ਜਾਂਦੇ ਨੇ, ਹੋਰ ਖੋਜ ਕਰਦੇ ਨੇ, ਅੱਗੇ ਵਾਲੇ ਹੋਰ ਆ ਜਾਂਦੇ ਹੋਰ, ਇਹ ਚੱਲੀ ਜਾਂਦਾ, ਇਹਦਾ ਕੋਈ ਅੰਤ ਹੀ ਨਹੀਂ ਹੁੰਦਾ। ਇਸ ਲਈ ਇਹਨੂੰ ਕਹੇ ਵੀ ਬੜੀ ਵਿਖਮ ਹੈ, ਇਹਦੇ ਤੇ ਵਿਚਾਰ ਚੱਲਦੀ ਰਹਿੰਦੀ ਹੈ। ਤੇ ਜਿੰਨਾ ਜਿੰਨਾ ਕਿਸੇ ਨੂੰ ਪਤਾ ਲੱਗਦਾ ਹੈ, ਜਿੰਨੀ ਜਿੰਨੀ ਸਮਝ ਪੈਂਦੀ ਹੈ, ਆਪ ਆਪਣੀ ਬੁੱਧ ਹੈ ਜਿੱਤੀ ਵਰਨਤ ਭਿੰਨ ਭਿੰਨ ਤੂੰ ਹੈ ਤਿੱਤੀ, ਉਹਨੇ ਹਿਸਾਬ ਨਾਲ ਤੇਰੇ ਗੁਣਾਂ ਦਾ ਗਾਇਨ ਕਰਦਾ। ਹੁਣ ਅੱਗੇ ਗਾਵੇ ਕੋ ਸਾਜ ਕਰੇ ਤਨ ਖੇਹ, ਕਹਿੰਦੇ ਹੁਣ ਇਸ ਲਈ ਵੀ ਤੈਨੂੰ ਗਾਉਂਦੇ ਨੇ ਵੀ ਤੂੰ ਐਸੀ ਕਿਰਪਾ ਕਰਦਾ ਹੈ, ਤੂੰ ਸਾਡੇ ਤਨ ਨੂੰ ਕਦੇ ਸਾਜਦਾ, ਕਦੇ ਮਿੱਟੀ ਕਰ ਦਿੰਦਾ, ਕਦੇ ਮਿੱਟੀ ਇਕੱਠੀ ਕਰ ਦਿੰਦਾ, ਕਦੇ ਮਿੱਟੀ ਨੂੰ ਤੂੰ ਖਿਲਾਰ ਦਿੰਦਾ। ਹੈ ਤੇ ਦੇਖੋ ਸਰੀਰ ਹੈ ਜਿਹੜਾ ਸਾਡਾ, ਹੈ ਤੇ ਮਿੱਟੀ ਹੈ ਨਾ। ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰੱਖਿਓ ਨਾਉ, ਚਾਰ ਦਿਵਸ ਕੇ ਪਾਉਨੇ ਬੜ ਬੜ ਰੂੰਦਾ ਠਾਉ। ਫਿਰ ਕਹਿੰਦੇ ਕਬੀਰਾ ਧੂੜ ਸਕੇਲਕ ਹੈ, ਧੂੜ ਇਕੱਠੀ ਕੀਤੀ, ਧੂੜ ਡਸਟ, ਪੁਰੀਆ ਬੰਦੀ ਦੇਹ, ਤੇ ਕਹਿੰਦੇ ਇਸ ਸਰੀਰ ਦੀ ਇੱਕ ਨਿੱਕੀ ਜਿਹੀ ਪੁੜੀ ਬਣਾ ਦਿੱਤੀ ਤੁਸੀਂ, ਡਸਟ ਇਕੱਠੀ ਕੀਤੀ, ਇੱਕ ਪਾਊਚ ਦੇ ਵਿੱਚ ਪਾ ਦਿੱਤੀ। ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਖੇ, 4 ਦਿਨ ਇਹ ਬੰਦਾ ਸੰਸਾਰ 'ਚ ਜਿੰਦਾ ਹੈ, ਭਾਵ ਥੋੜਾ ਸਮਾਂ ਜਿੰਦਾ ਹੈ, ਹੱਸਦਾ ਖੇਡਦਾ, ਤੇ ਅੰਤ ਨੂੰ ਫੇਰ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚ, ਤੇ ਦੇਖੋ ਸਾਜਦਾ ਵੀ ਹੈ ਮਿੱਟੀ ਨੂੰ, ਤੇ ਮਿੱਟੀ ਨੂੰ ਖੇ ਵੀ ਤੂੰ ਹੀ ਕਰਦਾ, ਮਿੱਟੀ ਨੂੰ ਮਿੱਟੀ ਵੀ ਤੂੰ ਕਰ ਦਿੰਦਾ। पांच तत्व को तन रचियो जानो चतुर जान, जिह ते उपजो नानका लीन ताहे मेहमान। जिथों उपजे जिथों बने उत्थे वापस जाके रल गए, तत्तां विच तत्त रल गए। जिन्हों असीं शब्द पढ़ते हैं, पवन है मैं पवन समाया, ज्योति मैं ज्योत रल जाया, माटी माटी हुई एक रोबन हारे की कवन थे, कौन मुआ रे कौन मुआ, ब्रह्म ज्ञानी मिल करो विचारा, ਇਹ तो चलत भया। तत्तां दी खेड है सारी। शरीर की है साडा, तत्त ने बस। ਜਿਹਨੂੰ ਅਸੀਂ ਮੌਤ ਕਹਿੰਦੇ, ਉਹ ਕਹਿੰਦੇ ਤੱਤ ਵੱਖ ਹੋ ਗਏ, ਤੱਤ ਖਿੰਡ ਗਏ, ਸਾਹ ਰੁਕ ਗਏ, ਹਾਰਟ ਨੇ ਕੰਮ ਕਰਨਾ ਬੰਦ ਕਰ ਦਿੱਤਾ, ਤੇ ਉਹਨੂੰ ਅਸੀਂ ਸ਼ਬਦ ਦੇ ਦਿੰਦੇ ਹਾਂ ਮੌਤ, ਬੰਦਾ ਮਰ ਗਿਆ। ਜਦੋਂ ਤੁਹਾਡਾ ਨਜ਼ਰੀਆ ਉੱਪਰ ਜਾਂਦਾ, ਹੁਣ ਇਹ ਪਰਮੇਸ਼ਰ ਦੀ ਵਿਦਿਆ ਹੈ ਵੀ ਇੱਕ ਤਰ੍ਹਾਂ ਦੀ। ਉਹਨੇ ਦੇਖੋ ਮਿੱਟੀ, ਪਾਣੀ, ਅੱਗ, ਹਵਾ, ਆਕਾਸ਼ ਇਕੱਠੇ ਰੱਖੇ ਨੇ। ਹੁਣ ਅੱਗ ਤੇ ਪਾਣੀ ਦਾ ਸੁਭਾਅ ਵੱਖਰਾ, ਤੁਸੀਂ ਇਕੱਠੇ ਨਹੀਂ ਰੱਖ ਸਕਦੇ, ਪਰ ਸਾਡੇ ਸਰੀਰ ਦੇ ਵਿੱਚ ਇਹ ਵੀ ਉਹਦੀ ਵਿਖਮ ਵਿਦਿਆ ਵੀ ਉਹਨੇ ਪਾਣੀ ਤੇ ਅੱਗ ਇਕੱਠੀ ਰੱਖੀ ਹੋਈ ਹੈ। ਉਹਨੇ ਲੱਕੜ ਦੇ ਵਿੱਚ ਅੱਗ ਬੰਨ ਕੇ ਰੱਖੀ ਹੋਈ ਹੈ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ। ਮਿੱਟੀ ਦੇ ਵਿੱਚ ਅੱਗ ਬੰਨ ਕੇ ਰੱਖੀ ਹੈ, ਪਰ ਪ੍ਰਗਟ ਉਦੋਂ ਹੁੰਦੀ ਹੈ ਜਦੋਂ ਬਾਹਰੋਂ ਅੱਗ ਲਾਈ ਜਾਏਗੀ, ਵਰਨਾ ਅੱਗ ਮਿੱਟੀ ਦੇ ਵਿੱਚ ਟਿੱਕੀ ਪਈ ਹੈ, ਸ਼ਾਂਤ ਪਈ ਹੈ, ਹੈਗੀ ਹੈ ਪਰ ਲੱਗਦੀ ਨਹੀਂ। ਇਹ ਵੀ ਉਹਦੀ ਕਲਾ ਵਿਖਮ ਵਿਦਿਆ। ਗਾਵੇ ਕੋ ਜੀ ਲੈ ਫਿਰ ਦੇਹ, ਤੂੰ ਜੀ ਦੇਣਾ ਹੈ, ਜਾਨ ਦੇਣਾ ਹੈ, ਫਿਰ ਦੇਹ ਜੀ ਲੈ ਲੈਣਾ, ਜੀ ਦੇ ਦੇਣਾ, ਜਿੰਦ ਲੈ ਵੀ ਲੈਣਾ, ਜਿੰਦ ਦੇ ਵੀ ਦੇਣਾ। ਇਹਦਾ ਅਰਥ ਹੈ ਵੀ ਕਿਸੇ ਸਰੀਰ ਚੋਂ ਕੱਢ ਕੇ ਕਦੇ ਕਿਸੇ ਚ ਪਾ ਦੇਣਾ, ਕਿਸੇ ਸਰੀਰ ਚੋਂ ਕੱਢ ਕੇ ਕਦੇ ਕਿਸੇ ਚ ਪਾ ਦੇਣਾ, ਜੀ ਨੂੰ ਬਦਲ ਦੇਣਾ, ਜੀ ਦਾ ਟਿਕਾਣਾ ਬਦਲ ਦੇਣਾ। ਆਪਾਂ ਜਿੰਨੇ ਜੀਵ ਆ, ਅੱਜ ਅਸੀਂ ਇਸ ਸਰੀਰ ਚ ਆ, ਕੱਲ ਅਸੀਂ ਕਿਸੇ ਹੋਰ ਸਰੀਰ ਚ ਆ ਜਾਵਾਂਗੇ। ਅੱਜ ਉਹਨੇ ਇੱਥੋਂ ਜੀ ਲੈ ਲੈਣਾ, ਸਾਡੇ ਇਸ ਸਰੀਰ ਚੋਂ ਜੀ ਲੈ ਲੈਣਾ, ਫਿਰ ਸਾਨੂੰ ਨਵਾਂ ਸਰੀਰ ਦੇ ਦੇਗਾ। ਇਸ ਜਿੰਦ ਚੋਂ, ਇਸ ਜਿੰਦ ਨੂੰ ਨਵੇਂ ਸਰੀਰ ਚ ਪਾ ਦੇਗਾ। ਇਹ ਵੀ ਕਹਿੰਦੇ ਤੇਰੀ ਕਲਾ ਹੈ, ਬੜੀ ਵੱਡੀ ਹੈ, ਇਹ ਤੇਰੀ ਹੈ, ਇਹ ਵੀ ਕਿਸੇ ਹੋਰ ਚ ਨਹੀਂ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਕੁਝ ਲੋਕ ਇਸ ਲਈ ਕਹਿੰਦੇ ਨੇ ਵੀ ਪਰਮੇਸ਼ਰ ਬੜਾ ਦੂਰ ਹੈ, ਬਹੁਤ ਵੱਡਾ ਹੈ, ਬੜਾ ਬੇਅੰਤ ਹੈ, ਤੇ ਕਿੱਥੇ ਕਹਿੰਦੇ ਜੀ ਅਸਮਾਨ ਤੇ। ਦੂਰ ਕਿਹਾ ਵੀ ਜਿਹੜੇ ਹਿੰਦੂ ਮਤ ਹੈ ਉਹ ਮੰਨਦੀ ਹੈ ਰੱਬ ਨੂੰ ਵੀ 7ਵੇਂ ਅਸਮਾਨ ਤੇ ਹੈ। ਹਿੰਦੂ ਮਤ ਅੰਦਰ ਨਹੀਂ ਮੰਨਦਾ, ਉਹ ਰੱਬ ਨੂੰ ਬਾਹਰ ਮੰਨਦੇ ਨੇ, ਉਹ ਦੂਰ ਮੰਨਦੇ ਨੇ। ਉਹ ਫਿਰ ਕਹਿਣਗੇ ਜਾਂ ਮੰਦਿਰ ਵਿੱਚ ਹੈ ਜੀ, ਜਾਂ ਮੂਰਤੀ ਵਿੱਚ ਬੈਠਾ ਹੈ, ਜਾਂ ਦੱਖਣ ਦੇਸ਼ ਹਰੀ ਕਾ ਬਾਸਾ ਪশ্ਚਿਮ ਅੱਲਾ ਮੁਕਾਮਾ, ਇਹ ਵੀ ਕਿਹਾ ਜਾਂਦਾ। ਪਰ ਗੁਰੂ ਸਾਹਿਬ ਕਹਿੰਦੇ ਵੀ ਉਹ ਲੋਕ ਨੇ, ਇਹਦਾ ਅਰਥ ਇਹ ਨਹੀਂ ਵੀ ਉਹਨਾਂ ਦਾ ਗਾਉਣਾ ਸਹੀ ਹੈ। ਇੱਥੇ ਸਹੀ ਗਲਤ ਦੀ ਗੱਲ ਨਹੀਂ ਹੋ ਰਹੀ, ਗੱਲ ਇਹ ਹੋ ਰਹੀ ਵੀ ਤੈਨੂੰ ਕੋਈ ਕਿਵੇਂ ਕਿਵੇਂ ਗਾ ਰਿਹਾ, ਕਿਹੜੇ ਕਿਹੜੇ ਤਰੀਕਿਆਂ ਨਾਲ ਗਾ ਰਿਹਾ। ਸਹੀ ਗਲਤ ਅੱਗੇ ਜਾ ਕੇ ਆਏਗਾ। ਕਹਿੰਦੇ ਕੁਝ ਲੋਕਾਂ ਨੇ ਮੰਨਿਆ ਵੀ ਪਰਮੇਸ਼ਰ ਬੜੀ ਦੂਰ ਬੈਠਾ ਜੀ, ਉਹ ਸਾਰੇ ਸੰਸਾਰ ਨੂੰ ਉੱਪਰ ਬੈਠਾ ਚਲਾ ਰਿਹਾ ਹੈ, ਹਨਾ, ਮੰਦਿਰ ਦੇ ਵਿੱਚ ਹੈ, ਮੂਰਤੀ ਵਿੱਚ ਹੈ, ਕਿਸੇ ਆਕਾਰ ਚ ਹੈ, ਕਿਸੇ ਦਿਸ਼ਾ ਚ ਹੈ। ਨਹੀਂ,
ਅੱਗੇ ਕਹਿੰਦੇ ਗਾਵੇ ਕੋ ਵੇਖੈ ਹਾਦਰਾ ਹਦੂਰ, ਤੇ ਕੁਝ ਉਹ ਨੇ ਜਿਹੜੇ ਕਹਿੰਦੇ ਨੇ ਵੀ ਨਹੀਂ ਉਹ ਤੇ ਹਾਜ਼ਰ ਨਾਜ਼ਰ ਹੁੰਦਾ ਹੈ, ਹਮੇਸ਼ਾ ਹੀ ਨੇੜੇ ਹੈ, ਰੱਬ ਦੇ ਬੰਦੇ ਦੇ ਅੰਦਰ ਹੈ, ਉਹ ਦੂਰ ਹੁੰਦਾ ਹੀ ਨਹੀਂ, ਉਹਨੂੰ ਹਾਜ਼ਰ ਨਾਜ਼ਰ ਮੰਨ ਕੇ ਗਾ ਰਹੇ। ਉਹ ਇਸ ਲਈ ਗਾ ਰਹੇ ਨੇ। ਹਾਂ, ਜਦੋਂ ਦੂਰ ਦੀ ਗੱਲ ਆਈ ਨਾ, ਉਦੋਂ ਇਹ ਕਿਹਾ, ਕਹਿੰਦੇ ਜੋ ਠਾਕੁਰ ਸਦ ਸਦਾ ਹਦੂਰੇ, ਤਾਕੋ ਅੰਧਾ ਜਾਣਤ ਦੂਰੇ। ਜਿਹਨੇ ਸੱਚ ਨੂੰ, ਪਰਮੇਸ਼ਰ ਨੂੰ ਦੂਰ ਮੰਨਿਆ, ਮਹਾਰਾਜ ਕਹਿੰਦੇ ਉਹ ਅੰਨਾ ਹੈ। ਅੰਨੇ ਦੀ ਪਰਿਭਾਸ਼ਾ ਦੇਤੀ, ਜੋ ਠਾਕੁਰ ਸਦ ਸਦਾ ਹਦੂਰੇ, ਸਦਾ ਹੀ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੈ। ਹਦੂਰੇ ਦਾ ਅਰਥ ਹੁੰਦਾ ਹਜ਼ੂਰੀ ਚ, ਅੰਤਰ ਆਤਮਾ ਸਾਡੇ ਨਾਲ ਹੈ, ਵੱਖ ਹੋ ਹੀ ਨਹੀਂ ਸਕਦਾ। ਤਾਕੋ ਅੰਧਾ ਜਾਣਤ ਦੂਰੇ, ਉਹਨੂੰ ਅੰਨਾ ਬੰਦਾ ਦੂਰ ਮੰਨਦਾ। ਕਰਮਜੀਤ ਜੀ ਥੋੜਾ ਜਿਹਾ ਤੁਹਾਡਾ ਫੋਨ ਧਿਆਨ ਰੱਖੋ। ਅੰਨੇ ਨੇ ਦੂਰ ਮੰਨਿਆ, ਜਿਹਨੇ ਨੇੜੇ ਮੰਨ ਲਿਆ, ਹਾਜ਼ਰ ਨਾਜ਼ਰ ਮੰਨ ਲਿਆ, ਗਿਆਨੀਆਂ ਸੁਜਾਖਾ ਜਿਹਨੇ ਦੂਰ ਮੰਨ ਲਿਆ, ਆਪਣੇ ਤੋਂ ਵੱਖ ਮੰਨ ਲਿਆ। ਦੂਰ ਦਾ ਅਰਥ ਹੈ ਵੀ ਆਪਣੇ ਤੋਂ ਵੱਖ ਮੰਨ ਲਿਆ, ਉਹ ਅੰਨਾ ਹੈ। ਬਸ ਇਹੀ ਅੰਨੇ ਦੀ ਪਰਿਭਾਸ਼ਾ ਹੈ। ਜਿਵੇਂ ਆਪਾਂ ਪੜ੍ਹਦੇ ਹਾਂ, ਅੰਧੇ ਇਹਨਾਂ ਅੱਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋਂ ਪੁੱਥੇ ਜਾਹੇ। ਅੰਨੇ ਤੇ ਉਹ ਨੇ ਜਿਹੜੇ ਖਸਮ ਨੂੰ ਛੱਡੀ ਬੈਠੇ, ਭੁੱਲੀ ਬੈਠੇ ਨੇ, ਖਸਮ ਨੂੰ ਕਿਤੇ ਹੋਰ ਮੰਨਦੇ ਨੇ, ਖਸਮ ਨੂੰ ਆਪਣੇ ਤੋਂ ਵੱਖ ਮੰਨਦੇ ਨੇ। ਨੇੜੇ ਨਾ ਹੀ ਦੂਰ, ਸਰਬ ਰਿਹਾ ਭਰਪੂਰ, ਕਹਿੰਦੇ ਹੁੰਦਾ ਹੀ ਨੇੜੇ ਆ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋਈ। ਉਹ ਤੇ ਹੱਥ ਤੋਂ ਵੀ ਨੇੜੇ ਆ, ਇੰਨਾ ਨੇੜੇ ਵੀ ਹੱਥ ਤੋਂ ਵੀ ਨੇੜੇ ਆ। ਜਿੱਥੇ ਹੱਥ ਨਹੀਂ ਪਹੁੰਚਦਾ ਉਹਦੀ ਪਹੁੰਚ ਹੋ ਜਾਂਦੀ ਹੈ। ਪਰ ਠੀਕ ਹੈ ਵੀ ਕੁਝ ਲੋਕ ਨੇ ਜਿਹੜੇ ਤੈਨੂੰ ਸਿਰਫ ਇਸ ਲਈ ਗਾਉਂਦੇ ਨੇ ਵੀ ਤੂੰ ਬੜਾ ਦੂਰ ਹੈ, ਪਰ ਕੁਝ ਨੇ ਹਾਜ਼ਰ ਨਾਜ਼ਰ ਮੰਨਿਆ, ਉਹਨਾਂ ਨੂੰ ਅਹਿਸਾਸ ਹੋਇਆ, ਦਰਸ਼ਨ ਹੋ ਗਏ, ਉਹਨਾਂ ਨੇ ਇਹ ਮੰਨ ਲਿਆ ਵੀ ਨਹੀਂ ਉਹ ਤੇ ਹਾਜ਼ਰ ਨਾਜ਼ਰ ਹੁੰਦਾ, ਸਭਨਾਂ ਦੇ ਅੰਦਰ ਵਸਦਾ। ਉਹਨਾਂ ਨੇ ਹਾਜ਼ਰ ਨਾਜ਼ਰ ਵੇਖ ਵੀ ਲਿਆ, ਇਸ ਲਈ ਉਹਦੇ ਗੁਣ ਗਾਉਂਦੇ ਹਨ। ਹੁਣ ਇੰਨੀ ਗੱਲ ਕਰਨ ਤੋਂ ਬਾਅਦ ਕਹਿੰਦੇ ਕਥਨਾ ਕਥੀ ਨਾ ਆਵੇ ਤੋਟ, ਵੀ ਹੁਣ ਦੇਖ ਕਥਨ ਕਰਨ ਵਾਲੇ ਪਤਾ ਨਹੀਂ ਕਿਤਨੇ ਕਰੋੜਾਂ ਆਏ ਕਰੋੜਾਂ ਚਲੇ ਗਏ, ਤੇਰੀ ਕਥਾ ਹੋ ਰਹੀ ਹੈ, ਤੈਨੂੰ ਕਥਨ ਕਰ ਰਹੇ ਨੇ, ਗਾਈ ਜਾ ਰਹੇ ਨੇ, ਕਿਤਾਬਾਂ ਲਿਖੀਆਂ ਜਾ ਰਹੀਆਂ, ਗ੍ਰੰਥ ਲਿਖੇ ਜਾ ਰਹੇ ਨੇ, ਕਥਾ ਹੋ ਰਹੀ ਹੈ, ਬੜੀ ਕੀਰਤਨ ਹੋ ਰਿਹਾ, ਭਜਨ ਬੰਦਗੀ ਹੋ ਰਹੀ ਹੈ, ਸਿਮਰਨ ਹੋ ਰਿਹਾ, ਕੋਈ ਮਾਲਾ ਲੈ ਕੇ ਬੈਠਾ, ਕੋਈ ਧੂਣੀ ਤਪਾ ਕੇ ਬੈਠਾ, ਕੋਈ ਸਮਾਧੀ ਲਾ ਕੇ ਬੈਠਾ, ਕੋਈ ਤੂੰ ਹੀ ਦੀ ਰੱਟ ਲਾ ਰਿਹਾ, ਕੋਈ ਹਰੀ ਹਰੀ ਕਹਿ ਰਿਹਾ, ਕੋਈ ਰਾਮ ਰਾਮ ਕਹਿ ਰਿਹਾ। ਇਹਦੇ ਚ ਅੱਜ ਤੱਕ ਕਦੀ ਤੋਟ ਆਈ ਨਹੀਂ, ਇਹ ਸਿਲਸਿਲਾ ਰੁਕਿਆ ਨਹੀਂ ਹੈ। ਗਿਆਨ ਬੜਾ ਦੁਨੀਆ ਨੂੰ ਹੋਇਆ, ਬੜਾ ਗਿਆਨ ਵੰਡਿਆ ਜਾ ਰਿਹਾ, ਬੜੀਆਂ ਕਥਾ ਕਹਾਣੀਆਂ ਸੁਣਾਈਆਂ ਜਾ ਰਹੀਆਂ ਨੇ, ਕਦੇ ਤੋੜ ਥੋੜੀ ਆਈ ਹੈ ਇਸ ਚੀਜ਼ ਵਿੱਚ। ਕਥ ਕਥ ਕਥੀ ਕੋਟੀ ਕੋਟ ਕੋਟ, ਤੇ ਇਹ ਕਰੋੜਾਂ ਦੀ ਗਿਣਤੀ ਚ ਆਏ ਨੇ, ਕਰੋੜਾਂ ਦੀ ਗਿਣਤੀ ਚ ਚਲੇ ਗਏ। ਕਥਨ ਕਰਨ ਵਾਲਿਆਂ ਦੀ ਲਿਸਟ ਬੜੀ ਲੰਮੀ ਹੈ। ਕਹਿੰਦੇ ਇਹਦਾ ਜੇ ਜ਼ਿਕਰ ਕਰੀਏ ਇਹ ਅਕਥ ਕਥਾ ਹੋ ਜਾਏਗੀ, ਮੁੱਕਣ ਵਾਲੀ ਨਹੀਂ ਹੈ। ਅਕਥ ਕਥਾ ਕਾਇ ਸਿਉ ਕਹੀ ਹੈ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਹੁਣ ਇਹ ਜਿਹੜਾ ਪ੍ਰਭੂ ਹੈ ਜਿਹਦੇ ਗੁਣ ਦੁਨੀਆ ਗਾ ਰਹੀ ਹੈ, ਜਿਹਨੂੰ ਗਾਣਾ ਚਾਹੀਦਾ ਹੈ, ਜਿਹਨੂੰ ਅਸੀਂ ਗਾਉਂਦੇ ਹਾਂ, ਉਹ ਕਹਿੰਦੇ ਸਾਨੂੰ ਅਨੰਤ ਕਾਲ ਤੋਂ, ਜਦੋਂ ਤੋਂ ਸੰਸਾਰ ਬਣਿਆ, ਸ੍ਰਿਸ਼ਟੀ ਬਣੀ, ਇਹ ਜੀਵ ਬਣਿਆ, ਜੀ ਜੰਤ ਬਣੇ, ਉਦੋਂ ਤੋਂ ਹੀ ਉਹਨਾਂ ਨੂੰ ਦਾਤਾਂ ਦਿੰਦਾ ਆ ਰਿਹਾ, ਜੀਵਨ ਦੇ ਰਿਹਾ। ਉਹ ਸਾਨੂੰ ਜੀਵਨ ਵੀ ਦੇ ਰਿਹਾ, ਸਾਨੂੰ ਰਿਜ਼ਕ ਵੀ ਦੇ ਰਿਹਾ, ਦਾਤਾਂ ਵੀ ਦੇ ਰਿਹਾ, ਸਾਨੂੰ ਗਿਆਨ ਵੀ ਦੇ ਰਿਹਾ, ਪ੍ਰਕਾਸ਼ ਵੀ ਦੇ ਰਿਹਾ, ਸੋਝੀ ਵੀ ਦੇ ਰਿਹਾ। ਦੇਖੋ ਹਰ ਜੂਨ ਦੀ ਆਪਣੀ ਸੋਝੀ ਹੁੰਦੀ ਹੈ, ਆਪਣਾ ਗਿਆਨ ਹੁੰਦਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਵੀ ਗਿਆਨ ਬੰਦੇ ਕੋਲ ਆ, ਗਿਆਨ ਕੀੜੀ ਕੋਲ ਵੀ ਹੁੰਦਾ ਹੈ। ਕੀੜੀ ਕੋਲ ਕੀ ਗਿਆਨ ਹੈ? ਜਿਹੜਾ ਗਿਆਨ ਬੰਦੇ ਕੋਲ ਨਹੀਂ, ਕੀੜੀ ਕੋਲ ਵੀ ਹੈ। ਉਹਨੇ ਉਹਨੂੰ ਵੀ ਦਾਤ ਦਿੱਤੀ ਹੈ ਕਿ ਕੀੜੀ ਕਿੰਨੀ ਦੂਰੀ ਤੋਂ ਸੁੰਘ ਲੈਂਦੀ, ਉਹਦੀ ਸੁੰਘਣ ਸ਼ਕਤੀ ਕਿੰਨੀ ਜ਼ਿਆਦਾ ਤੇਜ਼ ਹੈ, ਬੰਦੇ ਤੋਂ ਬਹੁਤ ਜ਼ਿਆਦਾ ਤੇਜ਼ ਹੈ। ਤੁਸੀਂ ਮਿੱਠਾ ਰੱਖ ਦਿਓ, ਕੀੜੀ ਕਿੱਥੇ ਜਾ ਕੇ ਲੱਭ ਲੈਂਦੇ, ਸਾਨੂੰ ਨਹੀਂ ਲੱਭਦਾ, ਕੀੜੀ ਲੱਭ ਲੈਂਦੀ ਹੈ। ਇਹ ਗਿਆਨ ਹੈ ਉਹਦਾ, ਕੀੜੀ ਦਾ ਸਮਝ ਹੈ, ਸੋਝੀ ਹੈ, ਕਲਾ ਉਹਦੀ ਦਿੱਤੀ ਹੈ ਪਰਮੇਸ਼ਰ ਨੇ। ਇਹ ਦਾਤ ਦਿੱਤੀ ਹੈ ਨੇ ਵੀ ਬਹੁਤ ਵੱਡੀ ਦਾਤ ਹੈ। ਕੁੱਤੇ ਦੀ ਆਪਣੀ ਸੁੰਘਣ ਸ਼ਕਤੀ ਹੈ, ਉਹਦਾ ਗੁਣ ਹੈ। ਸ਼ੇਰ ਦਾ ਆਪਣਾ ਗੁਣ ਹੈ, ਹਾਥੀ ਦਾ ਆਪਣਾ ਗੁਣ ਹੈ, ਘੋੜੇ ਦਾ ਆਪਣਾ ਗੁਣ ਹੈ। ਇਸੇ ਤਰ੍ਹਾਂ ਹਰੇਕ ਜਾਨਵਰ ਦਾ, ਹਰੇਕ ਜੀਵ ਜੰਤ ਦਾ ਆਪਣਾ ਗੁਣ ਹੈ। ਇਹ ਦਾਤ ਹੈ ਉਹਨੂੰ ਮਿਲੀ ਹੋਈ, ਉਹਨਾਂ ਕੁ ਗਿਆਨ ਉਹਨੂੰ ਦਿੱਤਾ ਹੋਇਆ। ਬਹੁਤ ਹੱਦ ਤੱਕ ਇਹਨਾਂ ਜੂਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਤੱਕ ਇਹ ਚੀਜ਼ਾਂ ਪਾਈਆਂ ਜਾਂਦੀਆਂ ਨੇ। ਇਹ ਵੀ ਉਹਦੀ ਦਾਤ ਹੈ। ਵੀ ਕਿਤੇ ਆਪਾਂ ਦਾਤ ਮੰਨਦੇ ਆ ਨਾ ਵੀ ਚਲੋ ਸਾਨੂੰ ਕੋਈ ਪਦਾਰਥ ਮਿਲ ਗਿਆ ਦਾਤ ਹੈ, ਨਹੀਂ, ਅਸਲ ਵਿੱਚ ਦਾਤ ਹੁੰਦੀ ਹੈ ਸੋਝੀ ਆ ਜਾਣੀ, ਗਿਆਨ ਪ੍ਰਕਾਸ਼ ਦੀ ਦਾਤ, ਸਮਝ ਦੀ ਦਾਤ, ਨਾਮ ਦੀ ਦਾਤ। ਇਹ ਦਾਤ ਸਭ ਤੋਂ ਵੱਡੀ ਹੁੰਦੀ ਹੈ। ਲੈਂਦੇ ਥੱਕ ਪਾਹੇ, ਤੇ ਅਨੰਤ ਸਮੇਂ ਤੋਂ ਜੀਵ ਦਾਤਾਂ ਲੈ ਰਹੇ ਨੇ, ਲੈਂਦੇ ਲੈਂਦੇ ਥੱਕ ਗਏ, ਪਰ ਇਹ ਸਿਲਸਿਲਾ ਮੁੱਕਿਆ ਨਹੀਂ ਹੈ। ਕਹਿੰਦੇ ਜੁਗਾਂ ਜੁਗੰਤਰ ਖਾਹੀ ਖਾਏ, ਇਹ ਸਿਲਸਿਲਾ ਜੁਗਾਂ ਜੁਗੰਤਰਾਂ ਤੋਂ ਚੱਲਦਾ ਆ ਰਿਹਾ। ਇਹ ਕੋਈ ਅੱਜ ਕੱਲ ਦੀ ਗੱਲ ਨਹੀਂ ਹੈ, ਅੱਜ ਕੱਲ ਤੱਕ ਇਹ ਖਤਮ ਵੀ ਨਹੀਂ ਹੋ ਜਾਣੀ।
ਉਹਨੇ ਹਰ ਥਾਂ ਤੇ ਐਸਾ ਸਿਸਟਮ ਬਣਾ ਦਿੱਤਾ। ਸੂਰਜ ਤੋਂ ਸਾਨੂੰ ਰੋਸ਼ਨੀ ਦੇ ਰਿਹਾ, ਇਹ ਵੀ ਤੇ ਉਹ ਦਾਤ ਹੀ ਦੇ ਰਿਹਾ ਨਾ, ਸੂਰਜ ਤੋਂ ਰੋਸ਼ਨੀ ਮਿਲ ਰਹੀ ਹੈ, ਸੂਰਜ ਤੋਂ ਸਾਨੂੰ ਵਿਟਾਮਿਨ ਡੀ ਵੀ ਮਿਲ ਰਿਹਾ। ਹੁਣ ਵਿਟਾਮਿਨ ਡੀ ਅਸੀਂ ਥੋੜੀ ਪਾ ਕੇ ਆਏ ਜਾ ਕੇ ਸੂਰਜ ਵਿੱਚ, ਸਮੁੰਦਰ ਪਾਣੀ ਹੈ, ਨਾ ਅਸੀਂ ਪਾਣੀ ਬਣਾਇਆ, ਨਾ ਸਮੁੰਦਰ 'ਚ ਅਸੀਂ ਤੇਲ ਬਣਾਇਆ, ਅਸੀਂ ਤਾਂ ਬਸ ਖੋਜ ਰਹੇ ਹਾਂ, ਕੱਢ ਰਹੇ ਹਾਂ ਉਹਦੇ ਚੋਂ, ਉਹ ਵੀ ਉਹਦੀ ਗਿਆਨ ਨਾਲ, ਉਹਦੀ ਕਿਰਪਾ ਨਾਲ। ਸਮਝ ਉਹਨੇ ਦਿੱਤੀ ਹੈ ਤਾਂ ਅਸੀਂ ਉਹਨੂੰ ਵਰਤਿਆ, ਜੇ ਸਾਡੇ ਕੋਲ ਸਮਝ ਨਾ ਹੁੰਦੀ ਸੀ ਵਰਤ ਵੀ ਨਹੀਂ ਸੀ ਸਕਦੇ। ਇਹ ਜੁਗਾਂ ਜੁਗੰਤਰਾਂ ਤੁਸੀਂ ਦਾਤਾਂ ਲੈ ਆ ਰਹੇ ਹਾਂ, ਖਾਈ ਜਾ ਰਹੇ ਹਾਂ, ਸਾਨੂੰ ਅਨਾਜ ਦੀ ਪ੍ਰਾਪਤੀ, 36 ਪ੍ਰਕਾਰ ਦੇ ਭੋਜਨ, ਇਹ ਕੀ ਹੈ? ਕਹਿੰਦੇ ਸਭ ਤੇਰੀ ਦਾਤ ਹੈ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਹੁਕਮੀ, ਹਾਕਮ, ਜਿਹਦਾ ਹੁਕਮ ਚੱਲਦਾ ਹੈ, ਉਹ ਹੁਕਮ ਦੇ ਨਾਲ ਸਾਰਿਆਂ ਨੂੰ ਇਸ ਪਾਸੇ ਤੁਰ ਰਿਹਾ। ਉਹਨੇ ਵੱਖਰੇ ਵੱਖਰੇ ਰਾਹ ਬਣਾਏ ਨੇ, ਜਿੰਨੇ ਰਾਹ ਬਣਾਏ ਨੇ ਉਹਨੇ ਆਪਣੇ ਹੁਕਮ 'ਚ ਬਣਾਏ ਨੇ। ਹਰ ਇੱਕ ਜੀਵ ਦੀ, ਹਰੇਕ ਉਹਦੇ ਵਸਤੂ ਦੀ ਇੱਕ ਜੁਗਤੀ ਬਣਾਈ ਹੋਈ ਹੈ, ਇੱਕ ਤਰੀਕਾ ਬਣਾਇਆ ਹੈ, ਇੱਕ ਸਾਧਨ ਬਣਾਇਆ ਹੋਇਆ ਹੈ। ਸਾਰੀ ਸ੍ਰਿਸ਼ਟੀ ਦਾ ਭਰਨ ਪੋਸ਼ਣ, ਰੋਟੀ ਪਾਣੀ, ਰਿਜ਼ਕ ਦੀਆਂ ਦਾਤਾਂ, ਇਹ ਹੀਲੇ ਵਸੀਲੇ ਸਭ ਉਹਨੇ ਪੈਦਾ ਕੀਤੇ ਨੇ, ਆਪਣੇ ਹੁਕਮ ਦੇ ਵਿੱਚ ਕੀਤੇ ਨੇ। ਉਹਦਾ ਹੁਕਮ ਹੈ ਵੀ ਸ਼ੇਰ ਮਾਸ ਹੀ ਖਾਊਗਾ ਤਾਂ ਸ਼ੇਰ ਨੂੰ ਮਾਸ ਹੀ ਖਾਣਾ ਪੈਣਾ ਹੈ। ਉਹਦਾ ਹੁਕਮ ਸੀ, ਉਹਨੇ ਸਿਸਟਮ ਬਣਾ ਦਿੱਤਾ, ਗਊ ਘਾਹ ਹੀ ਖਾਊਗੀ ਤਾਂ ਗਊ ਘਾਹ ਖਾਏਗੀ। ਹਾਂ, ਜੇ ਉਹ ਹੁਕਮ ਕਰਦੇ ਤਾਂ ਘਾਹ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਫਿਰ ਉਹ ਮਾਸ ਖਾਣ ਵਾਲੇ ਨੂੰ ਘਾਹ ਖਿਲਾ ਸਕਦਾ, ਘਾਹ ਖਾਣ ਵਾਲੇ ਨੂੰ ਮਾਸ ਖਿਲਾ ਸਕਦਾ, ਪਰ ਉਹਦਾ ਹੁਕਮ ਹੈ ਵੀ ਉਹਨੇ ਇਹ ਅਲੱਗ-ਅਲੱਗ ਦਾਤਾਂ, ਚੀਜ਼ਾਂ, ਇਹ ਗਿਆਨ, ਇਹ ਸਮਝ ਉਹਨਾਂ ਦੀ ਪੈਦਾ ਕੀਤੀ ਹੈ। ਇਹ ਇਸ਼ਾਰੇ ਮਾਤਰ ਬੇਨਤੀ ਵੀ ਅਸੀਂ ਸਾਰੇ ਉਹਦੇ ਹੁਕਮ ਦੇ ਬੱਧੇ ਚੱਲ ਰਹੇ ਹਾਂ। ਫਿਰ ਹੁਕਮ ਦੇ ਵਿੱਚ ਸਾਡਾ ਜਨਮ ਹੁੰਦਾ ਹੈ, ਹੁਕਮ ਦੇ ਨਾਲ ਅਸੀਂ ਵੱਧ ਰਹੇ ਹਾਂ, ਹੁਕਮ ਨਾਲ ਸਾਡੇ ਤੇ ਬਚਪਨ, ਜਵਾਨੀ, ਬੁਢਾਪਾ ਆਉਂਦਾ ਹੈ, ਹੁਕਮ ਦੇ ਵਿੱਚ ਅਸੀਂ ਖਤਮ ਹੋ ਜਾਂਦੇ ਹਾਂ। ਹੁਕਮ ਦੀ ਖੇਡ ਤਾਂ ਸਾਰੇ ਪਾਸੇ ਵਰਤ ਰਹੀ ਹੈ, ਕਿਉਂਕਿ ਪਿਛਲੀ ਪੌੜੀ 'ਚ ਗੱਲ ਹੁਕਮ ਦੀ ਚੱਲੀ ਸੀ, ਇੱਥੇ ਵੀ ਹੁਕਮ ਤੇ ਲਿਆ ਕੇ ਸਮਾਪਤੀ ਕੀਤੀ। ਉਹਨੇ ਸਾਨੂੰ ਰਾਹੇ ਲਾਇਆ। ਹੁਣ ਦੇਖੋ, ਰਾਹ ਦਾ ਹੋਰ ਕੀ ਹੁੰਦਾ? ਸਾਨੂੰ ਅਲੱਗ-ਅਲੱਗ ਰਾਹ, ਅਲੱਗ-ਅਲੱਗ ਕੰਮਾਂ 'ਚ ਅਲੱਗ-ਅਲੱਗ ਬੁੱਧੀ ਦਿੱਤੀ ਹੈ, ਅਲੱਗ-ਅਲੱਗ ਮੱਤ ਦਿੱਤੀ ਹੈ। ਉਸ ਮੁਤਾਬਿਕ ਅਸੀਂ ਅਲੱਗ-ਅਲੱਗ ਕਿਰਤ ਕਰ ਰਹੇ ਹਾਂ, ਕੰਮ ਕਰ ਰਹੇ ਹਾਂ, ਧੰਦੇ ਕਰ ਰਹੇ ਹਾਂ, ਆਪਣਾ ਰਿਜ਼ਕ ਚਲਾ ਰਹੇ ਹਾਂ, ਆਪਣੀ ਰੋਜ਼ੀ ਰੋਟੀ ਚਲਾ ਰਹੇ ਹਾਂ, ਪਰਿਵਾਰ ਪਾਲ ਰਹੇ ਹਾਂ। ਇਹ ਵੀ ਉਹਦਾ ਹੁਕਮ ਹੈ। ਜੇ ਬੰਦੇ ਦਾ ਹੁਕਮ ਹੋਵੇ, ਸਾਰੇ ਬੰਦੇ ਚਾਹੁੰਦੇ ਮੈਂ ਪ੍ਰਧਾਨ ਮੰਤਰੀ ਬਣਾ, ਰਾਸ਼ਟਰਪਤੀ ਬਣਾ। ਕੋਈ ਚਾਹੁੰਦਾ ਨਹੀਂ ਮੈਂ ਮਿਹਨਤ ਕਰਾਂ, ਮੈਂ ਵਰਕਰ ਬਣਾ, ਮੈਂ ਹੱਡ ਤੋੜਵੀਂ ਮਿਹਨਤ ਕਰਾਂ, ਮੈਂ ਸਾਰਾ ਦਿਨ ਘੁੰਮਾਂ ਫਿਰਾਂ, ਸਾਈਕਲਾਂ ਤੇ ਧੱਕੇ ਖਾਵਾਂ, ਧੁੱਪ ਸੇਕਾਂ, ਧੁੱਪ ਦੇ ਵਿੱਚ ਰਹਾਂ, ਰੜਾਂ, ਨਹੀਂ। ਪਰ ਕਹਿੰਦੇ ਇਹੀ ਹੁਕਮ ਦੀ ਖੇਡ ਹੈ। ਕਈ ਕੋਟ ਘਾਲੈਂ ਥੱਕ ਪਾਹੇ, ਕਈ ਕੋਟ ਬੈਠਤ ਹੀ ਖਾਏ। ਕਿਉਂ? ਕਿਉਂਕਿ ਹੁਕਮ ਹੈ ਉਹਦਾ। ਹੁਣ ਜਨਮ ਸਾਡਾ ਕਿਸੇ ਦੇਸ਼ 'ਚ ਹੁੰਦਾ, ਰੋਜੀ ਰੋਟੀ ਅਸੀਂ ਕਿਸੇ ਹੋਰ ਦੇਸ਼ 'ਚ ਕਮਾ ਰਹੇ ਹਾਂ ਬੈਠੇ। ਕਿਸੇ ਦਾ ਇੱਕ ਜੀਅ ਬਾਹਰ ਹੈ, ਕਿਸੇ ਦੇ 2 ਜੀਅ ਬਾਹਰ ਨੇ, ਕਿਸੇ ਦਾ ਪੂਰਾ ਪਰਿਵਾਰ ਬਾਹਰ ਹੈ। ਕਾਹਦੇ ਵਾਸਤੇ? ਹੁਕਮ ਦੇ ਵਿੱਚ ਬੱਧਿਆਂ, ਰੋਜੀ ਰੋਟੀ ਵਾਸਤੇ। ਇਹ ਹੁਕਮ ਦੀ ਖੇਡ ਬੜੀ ਅਚਰਜ ਹੈ, ਬੜੀ ਇਹ ਗਹਿਰੀ ਹੈ। ਇਹ ਵੀ ਉਹਦੀ ਵਿਦਿਆ, ਵਿਖਮ ਵਿਦਿਆ ਹੀ ਹੈ। ਪਰ ਗੁਰੂ ਸਾਹਿਬ ਕਹਿੰਦੇ ਵੀ ਸਮਝ ਇਹ ਪਈ ਹੈ ਵੀ ਹੁਕਮ ਦੇ ਵਿੱਚ ਉਹਨੇ ਸਾਡੇ ਸਾਰਿਆਂ ਦੇ ਰਾਹ, ਤੌਰ ਤਰੀਕੇ, ਸਾਧਨ ਜੋ ਵੀ ਬਣਾਇਆ, ਹੀਲੇ ਵਸੀਲੇ ਸਭ ਉਹਨੇ ਆਪਣੇ ਹੁਕਮ 'ਚ ਬਣਾਏ ਨੇ। ਉਹਦੇ ਰਾਹ ਤੇ ਅਸੀਂ ਚਲਾਏ ਹੋਏ ਚੱਲ ਰਹੇ ਹਾਂ। ਨਾਨਕ ਵਿਗਸੈ ਵੇ ਪਰਵਾਹ। ਪਰ ਕਹਿੰਦੇ ਹੇ ਨਾਨਕ, ਉਹ ਹਮੇਸ਼ਾ ਹੀ ਬੇਪਰਵਾਹ ਹੋ ਕੇ ਵਿਚਰਦਾ ਹੈ, ਵਿਚਰਦਾ, ਭਾਵ ਉਹ ਸਦਾ ਹੀ ਬੇਪਰਵਾਹ ਰਹਿੰਦਾ, ਉਹਨੂੰ ਕੋਈ ਪਰਵਾਹ ਨਹੀਂ। ਤੁਸੀਂ ਉਹਨੂੰ ਗਾਈ ਜਾਓ, ਗਾਈ ਜਾਓ, ਉਹਦੇ ਗੁਣਾਂ ਦਾ ਬਖਿਆਨ ਕਰੋ, ਤੇ ਅਸੀਂ ਸੋਚੇ ਵੀ ਲੈ ਅੱਜ ਰੱਬ ਬੜਾ ਖੁਸ਼ ਹੋ ਜਾਊਗਾ, ਅੱਜ ਰੱਬ ਨੇ ਮੇਰੇ ਤੇ ਕਿਰਪਾ ਕਰ ਦੇਣੀ ਹੈ। ਜਾਂ ਉਹ ਕਹਿੰਦੇ ਇਹ ਗੱਲ ਛੱਡ, ਲੋਕ ਰੱਬ ਨੂੰ ਗਾਲਾਂ ਵੀ ਕੱਢਣ ਵਾਲੇ ਨੇ, ਮੰਦਾ ਚੰਗਾ ਬੋਲਣ ਵਾਲੇ ਵੀ ਨੇ, ਉਹਨੂੰ ਅਪਸ਼ਬਦ ਬੋਲਣ ਵਾਲੀ ਵੀ ਦੁਨੀਆ ਬਹੁਤ ਹੈ, ਉਹਨੂੰ ਨਾ ਮੰਨਣ ਵਾਲੇ ਵੀ ਬਹੁਤ ਨੇ। ਉਹਨੂੰ ਫਰਕ ਪੈਂਦਾ ਹੀ ਨਹੀਂ। ਆਪਾਂ ਨੂੰ ਫਰਕ ਪੈ ਜਾਂਦਾ, ਸਾਨੂੰ ਨਾ ਕੋਈ ਸਤਿ ਸ੍ਰੀ ਅਕਾਲ ਨਾ ਬੁਲਾਵੇ, ਆਪਾਂ ਕਿਸੇ ਜਾਂਦੇ ਹਾਂ, ਕਿਸੇ ਮਿਲਦੇ ਹਾਂ, ਬੰਦਾ ਸਾਨੂੰ ਇਗਨੋਰ ਕਰ ਦੇਵੇ, ਆਪਾਂ ਨੂੰ ਬੜਾ ਫਰਕ ਪੈ ਜਾਂਦਾ। ਲੈ ਜੀ, ਮੈਨੂੰ ਇਗਨੋਰ ਕਰਤਾ, ਸਾਨੂੰ ਤੇ ਬੁਲਾਇਆ ਨਹੀਂ, ਸਾਡੇ ਵੱਲ ਦੇਖਿਆ ਨਹੀਂ, ਇਹ ਸਾਨੂੰ ਫਰਕ ਪਿਆ ਨਾ। ਜੇ ਕਿਸੇ ਨੇ ਬੁਲਾਤਾ ਸੀ ਉਦੋਂ ਖੁਸ਼ ਹੋ ਜਾਂਦੇ, ਉਦੋਂ ਵੀ ਸਾਨੂੰ ਫਰਕ ਪੈਂਦਾ। ਪਰ ਕਹਿੰਦੇ ਇਸ ਤਰ੍ਹਾਂ ਦਾ ਉਹਦੇ ਵਿੱਚ ਕੋਈ ਫਰਕ ਹੁੰਦਾ ਹੀ ਨਹੀਂ। ਉਹ ਬੇਪਰਵਾਹ ਹੈ, ਕੋਈ ਗਾਏ ਨਾ ਗਾਏ, ਮੰਨੇ ਨਾ ਮੰਨੇ, ਬੋਲੇ ਨਾ ਬੋਲੇ, ਮੰਦਾ ਬੋਲੇ, ਚੰਗਾ ਬੋਲੇ, ਮਾੜਾ ਬੋਲੇ, ਘੱਟ ਬੋਲੇ, ਵੱਧ, ਕੋਈ ਪਰਵਾਹ ਨਹੀਂ, ਬੇਪਰਵਾਹ। ਇਹ ਬੇਪਰਵਾਹੀ ਸਾਡੇ 'ਚ ਗੁਰੂ ਸਾਹਿਬ ਨੇ ਲੈ ਕੇ ਆਉਣੀ ਹੈ। ਆਪਾਂ ਇਸ ਬੇਪਰਵਾਹੀ ਤੱਕ ਪਹੁੰਚਣਾ ਹੈ। ਭਾਵ ਕੀ ਹੈ ਵੀ ਸਾਡੇ 'ਚ ਇੱਕੋ ਪਰਵਾਹ ਰਹੂਗੀ, ਪਰਵਾਹ ਨਾ ਹੀ ਕਿਸੇ ਕੀਰੀ ਬਾਝ ਸੱਚੇ ਨਾ। ਇਹ ਅਵਸਥਾ ਸਾਡੀ ਬਣੂਗੀ ਜਦੋਂ ਅਸੀਂ ਗੁਰੂ ਤੋਂ ਮੱਤ ਲੈ ਕੇ ਦੁਨੀਆ ਵੱਲੋਂ ਬੇਪਰਵਾਹ ਹੋਵਾਂਗੇ। ਅੱਜ ਅਸੀਂ ਦੇਖਦੇ ਹਾਂ ਨਾ, ਆਪਾਂ ਕਹਿੰਦੇ ਲੈ ਜੀ ਲੋਕ ਕੀ ਕਹਿਣਗੇ, ਦੁਨੀਆ ਕੀ ਕਹੂਗੀ, ਸੰਸਾਰ 'ਚ ਐ ਹੋ ਜਾਊਗਾ, ਸਾਡੀ ਇੱਜ਼ਤ ਹੈ ਜੀ, ਸਾਡਾ ਨਾਮ ਹੈ, ਸਾਡਾ ਮਾਣ ਹੈ, ਇਹ ਹੁੰਦੀ ਹੈ ਪਰਵਾਹ। ਪਰ ਗੁਰੂ ਸਾਹਿਬ ਕਹਿੰਦੇ ਵੀ ਤੂੰ ਬੇਪਰਵਾਹ ਹੋ ਜਾ, ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਏ, ਤੂੰ ਉਹਦੇ ਰੰਗ 'ਚ ਹੱਸ। ਤੇਰਾ ਦਿਲ ਕਰਦਾ ਤੂੰ ਰੰਗ 'ਚ ਹੱਸ, ਤੇਰਾ ਦਿਲ ਕਰਦਾ ਤੂੰ ਰੋ ਵੀ ਪੈ ਰਿਹਾ, ਪਰ ਰੰਗ 'ਚ ਰੋ ਨਾ।
ਚੁੱਪ ਕਰ ਜਾ, ਤੇਰਾ ਦਿਲ ਕਰਦਾ ਚੁੱਪ ਕਰ ਜਾ, ਪਰ ਤੂੰ ਦੁਨੀਆ ਵਾਸਤੇ ਨਾ ਰੋ, ਨਾ ਹੱਸ, ਨਾ ਚੁੱਪ ਕਰ। ਇਹਨੂੰ ਕਹਿੰਦੇ ਨੇ ਬੇਪਰਵਾਹ ਹੋਣਾ। ਵੇ ਮੁਹਤਾਜਾ ਵੇ ਪਰਵਾਹਾ, ਨਾਨਕ ਦਾਸ ਕਹੋ ਗੁਰ ਵਾਹਾ। ਉਹ ਹਮੇਸ਼ਾ ਹੀ ਬੇਪਰਵਾਹ ਹੁੰਦਾ ਹੈ, ਤੇ ਬੇਪਰਵਾਹ ਦੇ ਹੀ ਗੁਣ ਗਾਇਨ ਕੀਤੇ, ਉਹਨੂੰ ਅਸੀਂ ਵਾਹ ਕਹਿੰਦੇ ਆ। ਵਾਹ ਵਾਹ ਕੀ ਹੈ? ਵਾਹ ਵਾਹ ਬਾਣੀ ਨਿਰੰਕਾਰ ਹੈ, ਇਸ ਜੀਵ ਡਬਰ ਨੂੰ ਕੋਈ। ਤੋ ਤੀਸਰੀ ਪੌੜੀ ਜਿਹਦੇ ਵਿੱਚ ਕੁਝ ਗਾਇਨ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਹੈ, ਤੇ ਇਹਨੂੰ ਅੱਗੇ ਜਾ ਕੇ ਸੋਦਰ ਦੇ ਵਿੱਚ ਇਸ ਤਰ੍ਹਾਂ ਵੀ ਖੋਲ ਦਿੰਦੇ ਨੇ, ਜਿਸ ਤੈਨੂੰ ਹੋਰ ਕੌਣ ਕੌਣ ਗਾ ਰਿਹਾ, ਉਹ ਸਾਰੀ ਗਾਇਨ ਕਰਨ ਵਾਲਿਆਂ ਦੀ ਲਿਸਟ ਹੈ। ਤੇ ਉਹ ਤੋਂ ਬਾਅਦ ਇਹ ਵੀ ਕਹਿ ਦਿੱਤਾ, ਹੋਰ ਕੀਤੇ ਤੁਧ ਨੂੰ ਗਾਵਨ ਛੇਵੇਂ ਚਿਤਨਾਵਨ, ਨਾਨਕ ਕਿਆ ਵਿਚਾਰ। ਪਤਾ ਨਹੀਂ ਕੌਣ ਕੌਣ ਕਿੱਥੇ ਕਿੱਥੇ ਕਿਵੇਂ ਕਿਵੇਂ ਤੈਨੂੰ ਗਾ ਰਿਹਾ, ਕਹਿੰਦੇ ਸਿਲਸਿਲਾ ਅਮੁੱਕ ਹੈ, ਬੇਅੰਤ ਹੈ। ਤੋ ਇੱਥੇ ਸਮਾਪਤੀ ਕਰਦੇ ਹਾਂ। ਧੰਨਵਾਦ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।